नाम ते आए मन मेरे, कारज तेरा होवे पूरा। हर 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 गुण गाए मन मेरे, हर 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 गुण गाए मन मेरे। तुम ही कारण करन, चरण कमल हर शरण। मन तन हर ओही ते आया, आनंद हर रूप दिखाया। तिस ही की ओट सदीव, जाके कीने है जीव। तिस ही की ओट सदीव, जाके कीने है जीव। सिमरत हर करत निधान, राखन हार निदान। सरब की रेण होवी जय, सरब की रेण होवी जय। आप मिटाए मिली जय, आप मिटाए मिली जय। अन दिन त्याय नाम, अन दिन त्याय नाम। सफल नानक एह काम, सफल नानक एह काम। नानक एह काम, नानक एह काम। एको नाम ते आए मन मेरे, एको नाम ते आए मन मेरे। कारज तेरा होवे पूरा, कारज तेरा होवे पूरा। हर 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 गुण गाए मन मेरे, हर 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 गुण गाए मन मेरे। एको नाम ते आए मन मेरे, एको नाम ते आए मन मेरे। एको नाम ते आए मन मेरे। वाहिगुरु एको नाम ते आए मन मेरे। वाहिगुरु एको नाम ते आए मन मेरे। कारज तेरा होवे पूरा, कारज तेरा होवे पूरा। हर 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 गुण गाए मन मेरे, हर 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 गुण गाए मन मेरे। एको नाम
नाम ते आए मन मेरे, एको नाम ते आए मन मेरे। तेग बहादुर सिमरे, तेग बहादुर सिमरे, कर नौ निध आवे ताए, कर नौ निध आवे ताए, कर नौ निध आवे ताए, सब थाई होए सहाय, सब थाई होए सहाय, सब थाई होए सहाय, सब थाई होए सहाय। तेग बहादुर सिमरे, तेग बहादुर सिमरे, तेग बहादुर सिमरे वाहिगुरु। ना मैला ना धुंधला ना भगवाना कछ, नानक लालो लाल है, सच्चे रता सच किथों दे कह रहे के मन समावे, जीवन सुख सुनते कौन कीमत पावे, कहते सुन नित से भगत सुहावे, गम कुछ साहिब दूषण लावे, सच पूरे पूरे उपदेशिया नानक सुनावे, सच पूरे गुर उपदेशिया नानक सुनावे। किथों पुजे कह रहे के भाई समावे, जीवन सब कसम के कौन कीमत पावे, कहन ध्यान सुन से भगत सुहावे, अगम गोचर साहिब दूसर लवे न लावे, सच पूरे गुरु उपदेसिया नानक सुनावे। श्लोक पवन गुरु पाणी पिता माता तख्त महत, दिवस रात दुई दाई दाया खेले सगल जगत, चंगियाइयां बुरियाइयां वाचे धर्म हदूर, कर्मी आपो अपनी के नेड़े के दूर, जिनी नाम ते आया गए मशक्कत घाल, उजले केती छुट्टी नाल। वाहिगुरु जी का खालसा, वाहिगुरु जी की फतेह। श्री वाहिगुरु। गुरु नानक पाद
ਬੰਧਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਹਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਗੁਰ ਪਗ ਸੁਰ ਤਰ ਸਰਸ। ਸਰਬ ਦਾ ਮੰਗਲ ਖਾਨ। ਦਾਰਦ ਬਿਗਨ ਨ ਵਿਆਪਈ। ਬਸੇ ਹਿਰਦੇ ਗਤੀ ਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਤਾ ਪ੍ਰਤੀ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਸ਼ਨ ਪਰਸ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਵੈਰਾਗ ਤਿਆਗ ਅਨੁਰਾਗ ਦੀ ਮਹਾਨ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਨੰਨ ਸੇਵਕ ਗੁਰੂ ਘਰ ਦੇ ਮਹਾਨ ਪ੍ਰਚਾਰਕ ਵੀ ਕਹਿ ਲਈਏ ਤਾਂ ਕਥਨੀ ਨਹੀਂ। ਭਾਈ ਸਾਹਿਬ ਭਾਈ ਮਾਨ ਸੁਖ ਜੀ
ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਸ਼ਿਵਨਾਭ ਰਾਜੇ ਨੂੰ, ਜੋ ਸਿੰਗਲਾ ਦੀਪ ਟਾਪੂ ਦਾ ਰਾਜਾ ਹੈ, ਉਸ ਨੂੰ ਉਪਦੇਸ਼ ਦੇ ਕੇ ਸਿਧਾਂਤ ਦ੍ਰਿੜ ਕਰਾਇਆ ਹੈ। ਰਾਜੇ ਸ਼ਿਵਨਾਭ ਦੇ ਹਿਰਦੇ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਅਵਲਾਖਾ ਪਿਆਸ ਜਾਗੀ ਹੈ। ਭਾਈ ਮਨਸੁਖ ਨੂੰ ਕਹਿੰਦਾ, ਮੈਨੂੰ ਨਾਲ ਲੈ ਚੱਲ। ਭਾਈ ਸਾਹਿਬ ਨੇ ਆਖਿਆ, ਰਾਜਾ ਨਾਲ ਲੈ ਕੇ ਜਾਵਾਂਗਾ, ਬੜਾ ਸਮਾਂ ਲੱਗੇਗਾ ਜਾਂਦਿਆਂ। ਇੱਥੇ ਬਹਿ ਕੇ ਸਤਿਗੁਰਾਂ ਨੂੰ ਅਰਾਧੇਂਗਾ ਤੇ ਛੇਤੀ ਆ ਕੇ ਤੈਨੂੰ ਦਰਸ਼ਨ ਦੇਣਗੇ। ਨਾਲੇ ਸਵਾਮੀ ਜੀ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਮਿਲਦੇ ਆ ਉਹੀ ਉਹਨਾਂ ਦੇ ਨਾਲ ਮੇਲ ਕਰ ਸਕਦੇ। ਆਪਣੇ ਯਤਨਾਂ ਨਾਲ ਨਹੀਂ ਮੇਲ ਹੋਣਾ। ਭਾਈ ਮਨਸੁਖ ਜੀ ਗੁਰਬਾਣੀ ਦੇ ਕੁਝ ਸ਼ਬਦ ਰਾਜੇ ਸ਼ਿਵਨਾਭ ਨੂੰ ਲਿਖ ਕੇ ਦਿੱਤੇ ਨੇ, ਜਿਨ੍ਹਾਂ ਦਾ ਰੋਜ਼ ਇਹ ਪਾਠ ਕਰਦਾ ਹੈ ਔਰ ਸਤਿਗੁਰਾਂ ਦੀ ਆਰਾਧਨਾ ਕਰਦਾ ਹੈ, ਬੇਨਤੀਆਂ ਕਰਦਾ ਹੈ। ਮਹਾਰਾਜ ਕਿਰਪਾ ਕਰੋ, ਮੈਂ ਮੋਰ ਬਣ ਕੇ ਤੁਹਾਡੇ ਦਰਸ਼ਨਾਂ ਰੂਪੀ ਬੱਦਲ ਦੀ ਗੜਗੜਾਹਟ ਨੂੰ ਵੇਖਣਾ ਚਾਹੁੰਦਾ ਹਾਂ। ਮੈਂ ਬਬੀਹਾ ਬਣ ਕੇ ਤੁਹਾਡੇ ਦਰਸ਼ਨਾਂ ਦੀ ਸਵਾਂਤ ਬੂੰਦ ਦੀ ਮੰਗ ਕਰਦਾ ਹਾਂ। ਹੇ ਗੁਰੂ ਨਾਨਕ ਸਾਹਿਬ, ਕਿਰਪਾ ਕਰੋ, ਦਇਆ ਕਰੋ, ਮੇਰੀ ਇਹ ਜਗਿਆਸਾ ਆਪ ਜੀ ਪੂਰਨ ਕਰੋ। ਸਤਿਗੁਰੂ ਗਰੀਬ ਨਿਵਾਜ ਜੀ ਜਿਵੇਂ ਕਿਰਪਾ ਦੇ ਘਰ ਵਿੱਚ ਆਏ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਪਵਿੱਤਰ ਕਰਦੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਪਗ ਸੁਰ ਤਰ ਸਰਸ, ਸਰਵਦਾ ਮੰਗਲ ਖਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੋ ਚਰਨ ਹਨ, ਉਹ ਕਲਪ ਬਿਰਛ ਦੇ ਸਮਾਨ ਕਹਿ ਲਈਏ। ਵੈਸੇ ਤਾਂ ਕਲਪ ਬਿਰਛ ਤੋਂ ਸ੍ਰੇਸ਼ਟ ਨੇ, ਪਰ ਉਦਾਹਰਣ ਦਾ ਇੱਕ ਪੱਖ ਲੈਣਾ। ਸਤਿਗੁਰੂ ਜੀ ਦੇ ਚਰਨ ਕਮਲ ਦੇਵਤਰ ਕਲਪ ਬਿਰਛ ਦੇ ਸਮਾਨ ਨੇ, ਜਿਹੜੇ ਸਦਾ ਹੀ ਖੁਸ਼ੀਆਂ ਪ੍ਰਦਾਨ ਕਰਦੇ ਹੈ। ਗੁਰੂ ਨਾਨਕ ਸਾਹਿਬ ਦੇ ਚਰਨ ਖੁਸ਼ੀਆਂ ਦੀ ਖਾਨ ਹਨ। ਜਿਵੇਂ ਹੀਰਿਆਂ ਦੀ ਖਾਨ ਹੁੰਦੀ ਹੈ ਨਾ, ਉਹਦੇ ਚੋਂ ਹੀਰੇ ਨਿਕਲਦੇ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਖੁਸ਼ੀਆਂ ਦੀ ਖਾਨ ਹੈ। ਜਿਹੜਾ ਚਰਨਾਂ ਨਾਲ ਜੁੜਦਾ ਉਹਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ। ਹਾਂਜੀ। ਦਾਰਿਦ ਬਿਗਨ ਨ ਵਿਆਪਈ, ਬਸੇ ਹਿਰਦੇ ਗਤਿ ਦਾਨ। ਸਤਿਗੁਰੂ ਜੀ ਦੇ ਮੁਕਤੀ ਦਾਤਾ ਚਰਨ ਜਿਨ੍ਹਾਂ ਦੇ ਹਿਰਦਿਆਂ 'ਚ ਵਸ ਜਾਂਦੇ ਨੇ, ਉਹਨਾਂ ਨੂੰ ਦਲਿੱਦਰ ਰੂਪੀ ਬਿਗਨ ਨਹੀਂ ਵਿਆਪਦਾ। ਜਿਵੇਂ ਕਲਪ ਬਿਰਛ ਕੋਲ ਦਲਿੱਦਰ ਨਹੀਂ ਨਾ ਆਉਂਦਾ, ਗਰੀਬੀ ਨਹੀਂ ਆਉਂਦੀ, ਏਦਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਕੇ ਕੋਈ ਬਿਗਨ ਨਹੀਂ ਵਿਆਪਦਾ। ਸਾਰੇ ਬਿਗਨ ਨਾਸ ਹੋ ਜਾਂਦੇ ਹਨ। ਸ੍ਰੀ ਬਾਲਾ ਸੰਧੂ ਆਚ ਚੌਪਈ, ਜਬੇ ਬਹੁਤ ਭੂਪਤ ਅਨੁਰਾਗਾ। ਜਦੋਂ ਰਾਜੇ ਸ਼ਿਵਨਾਭ ਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਬਹੁਤ ਭਾਰੀ ਅਨੁਰਾਗ ਜਾਗਿਆ। ਇਹਦੇ ਹਿਰਦੇ 'ਚ ਸਤਿਗੁਰਾਂ ਦੇ ਪ੍ਰਤੀ ਭਾਰੀ ਪ੍ਰੇਮ ਜਾਗਿਆ। ਰੰਗਿਓ ਪ੍ਰੇਮ ਰੰਗ ਵਡ ਭਾਗਾ। ਵੱਡਿਆਂ ਭਾਗਾਂ ਵਾਲਾ ਰਾਜਾ ਸ਼ਿਵਨਾਭ ਸਤਿਗੁਰੂ ਜੀ ਦੇ ਪਰਮ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ। ਸਤਿਗੁਰੂ ਜੀ ਦੇ ਗੂੜੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਸੁਨਿਓ ਸ਼੍ਰੋਨ ਜੋ ਹੁਤੇ ਫਕੀਰਾ। ਉੱਥੇ ਜਿਹੜੇ ਨੇੜੇ ਤੇੜੇ ਜਾਂ ਇਲਾਕੇ ਵਿੱਚ ਜਾਂ ਦੂਰ ਕਿਸੇ ਫਕੀਰ, ਜਿਹੜੇ ਸਾਧ ਫਕੀਰ ਹੁੰਦੇ ਆ ਭੇਖੀ, ਉਹਨਾਂ ਨੇ ਜਦੋਂ ਰਾਜੇ ਸ਼ਿਵਨਾਭ ਦੇ ਅੰਦਰ ਦੀ ਤੜਫ ਬਾਰੇ ਸੁਣਿਆ, ਕੇਤਕ ਟਿਗ ਪਹੁੰਚੇ ਨ੍ਰਿਪਤੀਰਾ। ਬਹੁਤ ਸਾਰੇ ਜਿਹੜੇ ਦੰਭੀ ਤੇ ਪਖੰਡੀ ਸਨ ਫਕੀਰਾਂ ਦੇ ਲਿਬਾਸ ਵਿੱਚ, ਉਹ ਉੱਥੇ ਪਹੁੰਚਣ ਲੱਗ ਪਏ।
ਉਹ ਰਾਜੇ ਸ਼ਿਵਨਾਭ ਨੂੰ ਜਾ ਕੇ ਮਿਲਣ ਲੱਗੇ। ਨਾਮ ਆਪਨੋ ਨਾਨਕ ਧਰ ਕੇ। ਜਾ ਕੇ ਰਾਜੇ ਸ਼ਿਵਨਾਭ ਨੂੰ ਮਿਲਦੇ ਤੇ ਕਹਿੰਦੇ ਜੀ ਸਾਡਾ ਨਾਮ ਨਾਨਕ ਹੈ। ਏਦਾਂ ਗੁਰੂ ਨਾਨਕ ਸਾਹਿਬ ਦਾ ਨਾਂ ਆਪਣਾ ਰਖਾ ਕੇ ਨਾ ਵੀ ਅਸੀਂ ਨਾਨਕ ਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਾਜਾ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਹੈ, ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤੋ ਇਸ ਕਰਕੇ ਉਹ ਬਹੁਤੇ ਜਿਹੜੇ ਪਖੰਡੀ ਫਕੀਰ ਸੀ ਦੰਭੀ, ਉਹ ਆਪਣਾ ਨਾਮ ਨਾਨਕ ਰਖਾ ਕੇ ਰਾਜੇ ਸ਼ਿਵਨਾਭ ਨੂੰ ਆ ਕੇ ਮਿਲਣ ਲੱਗੇ। ਪੁਰ ਕੇ ਨਰਨ ਸੁਨਾਏ ਉਚਰ ਕੇ। ਜਦੋਂ ਸਿੰਗਲਾ ਦੀਪ ਦੇ ਟਾਪੂ ਤੇ ਆਉਂਦੇ ਤੇ ਨਗਰ ਦੇ ਲੋਕਾਂ ਨੂੰ ਜਾ ਕੇ ਆਪਣਾ ਨਾਮ ਉਚਾਰ ਕੇ ਸੁਣਾਉਂਦੇ। ਜਬ ਨਿਜ ਸ਼੍ਰੋਨ ਸੁਨੇ ਅਵਨੀਪਾ। ਜਦੋਂ ਰਾਜਾ ਸ਼ਿਵਨਾਭ ਸੁਣਦਾ ਹੈ, ਕੋਈ ਆ ਕੇ ਦੱਸਦਾ ਹੈ, ਤਾਂ ਇਹ ਸੁਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਏ ਹਨ। ਚੱਲ ਕਰ ਆਵੇਂ ਤਿਨੇ ਸਮੀਪਾ। ਇਹ ਦੌੜ ਕੇ ਆਉਂਦਾ ਹੈ, ਭੱਜ ਕੇ ਆਉਂਦਾ ਉਹਨਾਂ ਦੇ ਪਾਸ। ਉਹ ਜਿਹੜੇ ਫਕੀਰ ਆਏ ਹੁੰਦੇ ਆ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਦੇ ਦਰਸ਼ਨਾਂ ਵਾਸਤੇ ਆਉਂਦਾ ਹੈ। ਬੈਸੇ ਸੰਸੇ ਕੋ ਜਬ ਪੁੱਛੇ। ਜਦੋਂ ਉਹਨਾਂ ਦੇ ਕੋਲ ਆ ਕੇ ਆਪਣੇ ਮਨ ਦਾ ਸੰਸਾ ਪ੍ਰਗਟ ਕਰਦਾ ਹੈ, ਆਪਣੇ ਮਨ ਦਾ ਸੰਦੇਹ ਪ੍ਰਗਟ ਕਰਦਾ ਹੈ ਕਿ ਮੇਰੇ ਮਨ ਦਾ ਇਹ ਸੰਸਾ ਹੈ ਜੀ, ਤੁਸੀਂ ਨਿਵਾਰ ਦਿਓ। ਉਸ ਵਕਤ ਕਛ ਨ ਬਤਾਵੇਂ ਗਿਆਨੇ ਛੂਛੇ। ਉਹ ਜਿਹੜੇ ਪਖੰਡੀ ਫਕੀਰ ਆਏ ਹੁੰਦੇ ਸੀ ਉਹਨਾਂ ਕੋਲੋਂ ਸੰਸਾ ਨਿਰਵਿਰਤ ਨਹੀਂ ਸੀ ਹੁੰਦਾ, ਕਿਉਂਕਿ ਗਿਆਨ ਤੋਂ ਵਿਹੋਣੇ ਸੀ, ਗਿਆਨ ਤੋਂ ਛੂਛੇ ਖਾਲੀ ਸਨ। ਜਿਵੇਂ ਕਹਾਵਤ ਹੈ ਨਾ, ਕਹਿੰਦੇ ਲੱਕੜੀ ਦੀ ਬਿੱਲੀ ਤਾਂ ਬਣ ਗਈ ਪਰ ਮਿਆਉ ਕੌਣ ਕਹੇ। ਏਦਾਂ ਗੁਰੂ ਨਾਨਕ ਸਾਹਿਬ ਦਾ ਨਾਂ ਰਖਾ ਕੇ ਪਖੰਡੀ ਦੰਭੀ ਆ ਤਾਂ ਗਏ, ਪਰ ਗਿਆਨ ਕਿੱਥੋਂ ਲਿਆਉਣ ਗੁਰੂ ਨਾਨਕ ਸਾਹਿਬ ਵਰਗਾ। ਤੋ ਰਾਜੇ ਸ਼ਿਵਨਾਭ ਨੇ ਜਦੋਂ ਇਹਨਾਂ ਨੂੰ ਆ ਕੇ ਸੰਸਾ ਪ੍ਰਗਟ ਕਰਕੇ ਕੋਈ ਸਵਾਲ ਕਰਨਾ, ਇਹਨਾਂ ਕੋਲ ਜਵਾਬ ਨਹੀਂ ਸੀ ਆਉਂਦਾ। ਅਸਬਿਦ ਦੇਖ ਸੋਚ ਕਰ ਰਾਜਾ। ਹੁਣ ਰਾਜਾ ਸ਼ਿਵਨਾਭ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਵੇਖਦਾ ਹੈ, ਵੇਖ ਕੇ ਸੋਚਦਾ ਹੈ, ਔਰ ਕਿਉ ਪਰਖਨ ਕੋ ਕਾਜਾ। ਉਹਦਾ ਮਨ ਉਦਾਸ ਹੋ ਜਾਂਦਾ ਵੀ ਇਹ ਤਾਂ ਪਖੰਡੀ ਨੇ। ਸ਼ਿਵਨਾਭ ਵਾਪਸ ਚਲਾ ਜਾਂਦਾ ਹੈ। ਹੁਣ ਉਹਨੇ ਇੱਕ ਹੋਰ ਤਰੀਕਾ ਅਪਣਾਇਆ ਵੀ ਰੋਜ਼ ਹੀ ਕੋਈ ਨਾ ਕੋਈ ਪਖੰਡੀ ਆ ਕੇ ਕਹਿੰਦਾ ਸੀ ਮੈਂ ਨਾਨਕ ਹਾਂ। ਤੋ ਰਾਜੇ ਸ਼ਿਵਨਾਭ ਨੂੰ ਆਉਣਾ ਪੈਂਦਾ ਸੀ, ਵੇਖਦਾ ਸੀ, ਪਰਖਦਾ ਸੀ, ਪਰ ਉਹਦੀ ਪਰਖ ਤੇ ਖਰੇ ਨਹੀਂ ਸੀ ਉਤਰਦੇ, ਵਾਪਸ ਚਲਿਆ ਜਾਂਦਾ। ਤੋ ਰਾਜੇ ਸ਼ਿਵਨਾਭ ਨੇ ਵਿਚਾਰ ਕਰਕੇ ਇਹਨਾਂ ਪਖੰਡੀਆਂ ਨੂੰ ਪਰਖਣ ਵਾਸਤੇ ਉਹਨੇ ਇੱਕ ਤਰੀਕਾ ਅਪਣਾਇਆ। ਤਹਾਂ ਜੋ ਸੁੰਦਰ ਨਾਰੀ। ਇਹਨੇ ਕੀ ਕੀਤਾ, ਜਿਹੜੀਆਂ ਇਹਦੇ ਦੇਸ਼ ਵਿੱਚ, ਇਹਦੇ ਨਗਰ ਦੇ ਵਿੱਚ ਸੁੰਦਰ ਸਰੂਪ ਇਸਤਰੀਆਂ ਸਨ, 300 ਐਸੀ ਗਿਰਾ ਉਚਾਰੀ। ਉਹ ਜਿਹੜੀਆਂ ਵਿਭਚਾਰਣੀ ਇਸਤਰੀਆਂ ਸਨ, ਉਹਨਾਂ ਨੂੰ ਰਾਜੇ ਸ਼ਿਵਨਾਭ ਨੇ ਵੇਸ਼ਵਾਵਾਂ ਨੂੰ ਹੁਕਮ ਕੀਤਾ, ਜੋ ਪੁਰ ਵਿਖੇ ਵਿਦੇਸ਼ੀ ਆਵੇ। ਕਹਿਣ ਲੱਗਾ ਵੀ ਜਿਹੜੇ ਵਿਦੇਸ਼ੀ ਫਕੀਰ ਆਉਂਦੇ ਨੇ ਆਪਣੇ ਨਗਰ ਵਿੱਚ, ਵੇਖ ਫਕੀਰ ਜੋ ਸੰਤ ਕਹਾਵੇ। ਜਿਨ੍ਹਾਂ ਨੇ ਵੇਖ ਫਕੀਰਾਂ ਵਾਲਾ ਧਾਰਨ ਕੀਤਾ ਤੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ, ਕਰੋ ਜਾਏ ਨਿਸਮੈ ਤੈ ਸੇਵਾ। ਤੁਸੀਂ ਜਾ ਕੇ ਉਹਨਾਂ ਦੀ ਪਰਖ ਕਰਨੀ ਆ, ਰਾਤਰੀ ਸਮੇਂ ਜਾ ਕੇ ਇਹਨਾਂ ਦੀ ਸੇਵਾ ਟਹਿਲ ਕਰਨੀ ਹੈ। ਪੂਰ ਊਰ ਕੋ ਲਖੇ ਪੇਵਾ। ਤੁਸੀਂ ਜਾ ਕੇ ਵੇਖਣਾ ਵੀ ਝੂਠੇ ਨੇ ਕਿ ਸੱਚੇ ਨੇ, ਇਹ ਪਰਖ ਤੁਸੀਂ ਇਸਤਰੀਆਂ ਨੇ ਕਰਨੀ ਹੈ। ਜਬ ਤੁਮ ਪੂਰਨ ਦੇਖੋ ਕੋ। ਤੇ ਤੁਸੀਂ ਪਰਖ ਕੇ ਆਪਣੇ ਤੌਰ ਤੇ ਹੀ ਟੋਰ ਦੇਣਾ। ਤੇ ਜੇ ਕੋਈ ਤੁਹਾਨੂੰ ਪੂਰਨ ਨਜ਼ਰ ਆਵੇ, ਤੁਸੀਂ ਜਦੋਂ ਪਰਖ ਕਰੋ, ਤੁਹਾਨੂੰ ਏਦਾਂ ਜਾਪੇ ਵੀ ਕੋਈ ਪੂਰਨ ਪੁਰਖ ਆਇਆ ਹੈ, ਆਨ ਬਤਾਵੋ ਮੁਝ ਟਿਗ ਸੋ। ਤੁਸੀਂ ਆਣ ਕੇ ਮੈਨੂੰ ਦੱਸਣਾ, ਮੈਨੂੰ ਆ ਕੇ ਉਹਦੇ ਬਾਰੇ ਜਾਣਕਾਰੀ ਦੇਣੀ ਹੈ। ਸੁਨ ਕਰ ਬਚਨ ਕਹੇ ਜੋ ਰਾਜਾ। ਰਾਜੇ ਸ਼ਿਵਨਾਭ ਨੇ ਜਿਹੜੀਆਂ ਇਹ ਗੱਲਾਂ ਕਹੀਆਂ ਇਹਨਾਂ ਇਸਤਰੀਆਂ ਨੂੰ, ਇਹਨਾਂ ਨੇ ਸੁਣੀਆਂ। ਕਰਨ ਲਗੀ ਤੀਏ ਤੈਸੋ ਕਾਜਾ। ਜਿਵੇਂ ਹੁਕਮ ਸੀ ਰਾਜੇ ਦਾ, ਉਸ ਹੁਕਮ ਦੀ ਪਾਲਣਾ ਕਰਕੇ ਉਸੇ ਤਰ੍ਹਾਂ ਕਰਨ ਲੱਗੀਆਂ। ਜਬ ਫਕੀਰ ਕੋ ਪੁਰ ਮੈਂ ਆਵੇ। ਜਦੋਂ ਕੋਈ ਫਕੀਰ ਇਹਨਾਂ ਦੇ ਨਗਰ ਵਿੱਚ ਆਉਂਦਾ, ਇਹ ਕਹਿੰਦਾ ਮੈਂ ਨਾਨਕ ਹਾਂ,
ਇਹ ਰੌਲਾ ਆ ਕੇ ਨਗਰ ਦੇ ਵਿੱਚ ਪਾਉਂਦਾ ਹੈ। ਲਾਏ ਸਿੰਗਾਰ ਤਾਸ ਟਿਗ ਜਾਵੇ। ਇਹ ਇਸਤਰੀਆਂ ਸ਼ਿੰਗਾਰ ਰਸ ਬਣਾ ਕੇ ਅਨੇਕ ਪ੍ਰਕਾਰ ਦੇ ਸ਼ਿੰਗਾਰ ਆਪਣੇ ਸਰੀਰ ਤੇ ਬਣਾ ਕੇ ਉਹਨਾਂ ਨੂੰ ਪਰਖਣ ਵਾਸਤੇ ਜਾਂਦੀਆਂ ਹਨ। ਨੈਣ ਕੋਰ ਜਿਨ ਬਾਨ ਸਮਾਨਾ। ਸੁੰਦਰ ਸਰੂਪ ਇਸਤਰੀਆਂ ਨੇ ਜਿਨ੍ਹਾਂ ਦੀਆਂ ਪ੍ਰਕੁਟੀਆਂ ਕਮਾਨਾਂ ਦੇ ਸਮਾਨ ਹਨ। ਜੋ ਦੇਖੇ ਤੈ ਤੀਖੇ ਲਾਗੇ। ਔਰ ਤਿੱਖੀਆਂ ਤਿੱਖੀਆਂ ਅੱਖਾਂ ਲੈ ਕੇ, ਤਿੱਖੀ ਨਿਗਾਹ ਲੈ ਕੇ, ਨਜ਼ਰਾਂ ਲੈ ਕੇ ਪਹੁੰਚਦੀਆਂ ਨੇ, ਜਿਹੜੀਆਂ ਜਾ ਕੇ ਉਹਨਾਂ ਫਕੀਰਾਂ ਪਖੰਡੀਆਂ ਵੱਲ ਵੇਖਦੀਆਂ ਨੇ ਔਰ ਇਹਨਾਂ ਦੇ ਨੇਤਰਾਂ ਦੇ ਤੀਰਾਂ ਦੇ ਬਾਣ ਉਹਨਾਂ ਦੇ ਕਲੇਜਿਆਂ ਨੂੰ ਵਿੰਨ੍ਹਦੇ ਹਨ। ਤਤ ਖਿਨ ਧੀਰਜ ਧਰਮ ਸੁਭਾਗੇ। ਪਿੱਛੇ ਨੂੰ ਜਿਹੜੇ ਫਕੀਰ ਆ ਕੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਫਕੀਰ ਆ, ਉਹਨਾਂ ਦਾ ਧੀਰਜ ਉਸੇ ਵੇਲੇ ਨਸ਼ਟ ਭ੍ਰਸ਼ਟ ਹੋ ਜਾਂਦਾ ਹੈ। ਇਹਨਾਂ ਦੇ ਹਾਵ ਭਾਵਾਂ ਅੱਗੇ ਉਸੇ ਵਕਤ ਉਹਨਾਂ ਦਾ ਧਰਮ ਭ੍ਰਸ਼ਟ ਜਾਂਦਾ ਹੈ। ਜਿਨ ਕੋ ਪਿਕ ਸੁਰ ਮੁਨੀ ਜਤ ਤਿਆਗੇ। ਇਹੋ ਜਿਹੇ ਹਾਵ ਭਾਵ ਕਰਦੀਆਂ ਨੇ ਇਸਤਰੀਆਂ ਆ ਕੇ ਕਿ ਜਿਨ੍ਹਾਂ ਦੇ ਹਾਵ ਭਾਵ ਵੇਖ ਕੇ ਦੇਵਪੁਰੀ ਦੇ ਵਿੱਚ ਜਿਹੜੇ ਦੇਵਤੇ ਨੇ ਜਾਂ ਮੁਨੀ ਤੇ ਤਪਸਵੀ ਨੇ ਉਹ ਵੀ ਡਾਵਾਂ ਡੋਲ ਹੋ ਜਾਣ। ਤੇ ਇਹ ਤਾਂ ਵਿਚਾਰੇ ਕਲੀ ਕਾਲ ਦੇ ਸਧਾਰਨ ਨਰ ਨੇ, ਇਹਨਾਂ ਦੀ ਤਾਂ ਕੀ ਦਸ਼ਾ ਸੀ ਉਹਨਾਂ ਦੇ ਸਾਹਮਣੇ। ਕਿਆ ਕਲ ਨਰ ਬਪਰੇ ਤਿਨ ਆਗੇ। ਉਹਨਾਂ ਦੇ ਸੋਹਣੇ ਸਵਰੂਪ ਤੇ ਹਾਵ ਭਾਵ ਨੂੰ ਵੇਖ ਕੇ ਜਤੀ ਆਪਣਾ ਜਤ ਹਾਰ ਜਾਣ, ਤਪੀ ਆਪਣੇ ਤਪ ਤੋਂ ਭ੍ਰਸ਼ਟ ਹੋ ਜਾਣ। ਇਹ ਤਾਂ ਵਿਚਾਰੇ ਕਲਯੁਗ ਦੇ ਪਖੰਡੀ ਨਰ ਸਨ, ਇਹ ਉਹਨਾਂ ਦੇ ਸਾਹਮਣੇ ਕੀ ਹਨ। ਅਨੇਕ ਫਕੀਰ ਕਰਤ ਬਿਵਚਾਰਾ। ਅਨੇਕਾਂ ਜਿਹੜੇ ਆਪਣੇ ਆਪ ਨੂੰ ਫਕੀਰ ਕਹਾਉਂਦੇ, ਗੁਰੂ ਸਾਹਿਬ ਦਾ ਨਾਂ ਲੈ ਕੇ ਆਪਣੇ ਨਾਂ ਨਾਲ ਸਦਾਉਂਦੇ ਸਨ, ਉਹ ਉਸੇ ਵੇਲੇ ਵਿਵਚਾਰੀ ਹੋ ਜਾਂਦੇ, ਆਪਣੇ ਕਰੈਕਟਰ ਤੋਂ ਕਿਰਦਾਰ ਤੋਂ ਉਸੇ ਵੇਲੇ ਡਿੱਗ ਜਾਂਦੇ। ਧਰਮ ਭ੍ਰਿਸ਼ਟ ਹੋਵੇ ਜਾਤ ਗਵਾਰਾ। ਉਹਨਾਂ ਵੇਸ਼ਵਾਵਾਂ ਦਾ ਸੰਗ ਕਰਕੇ ਇਹਨਾਂ ਦਾ ਧਰਮ ਭ੍ਰਸ਼ਟ ਹੋ ਜਾਂਦਾ, ਗਵਾਰਾਂ ਦਾ ਨਾਂ ਸਮਝਾਂਦਾ। ਹਿੰਦੂ ਤੁਰਕ ਤਪੀ ਬ੍ਰਹਮਚਾਰੀ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਤਪਸਵੀ ਹੈ, ਚਾਹੇ ਕੋਈ ਬ੍ਰਹਮਚਾਰੀ ਹੈ, ਤਰੇ ਨ ਧੀਰਜ ਦੇਖਤ ਨਾਰੀ। ਇਹਨਾਂ ਚੋਂ ਕੋਈ ਵੀ ਆਉਂਦਾ ਹੈ, ਉਹ ਇਹਨਾਂ ਇਸਤਰੀਆਂ ਦੇ ਰੂਪ ਨੂੰ ਵੇਖ ਕੇ, ਇਹਨਾਂ ਦੇ ਹਾਵ ਭਾਵ ਨੂੰ ਵੇਖ ਕੇ ਧੀਰਜ ਨਹੀਂ ਰੱਖਦਾ। ਉਹਦਾ ਧੀਰਜ ਉਸੇ ਵੇਲੇ ਵਿਧਵੰਸ ਹੋ ਜਾਂਦਾ ਹੈ, ਉਸ ਦਾ ਧੀਰਜ ਉਸੇ ਵੇਲੇ ਨਸ਼ਟ ਹੋ ਜਾਂਦਾ ਹੈ। ਕਹੇ ਭੂਪ ਸੋ ਕੋਏ ਨਾ ਪੂਰਾ। ਇਹ ਇਸਤਰੀਆਂ ਫਿਰ ਰਾਜੇ ਨੂੰ ਜਾ ਕੇ ਦੱਸਦੀਆਂ ਨੇ ਕਿ ਜੀ ਜਿਹੜਾ ਇਹ ਫਲਾਣਾ ਫਕੀਰ ਆਇਆ ਸੀ ਉਹ ਵੀ ਪੂਰਾ ਨਹੀਂ, ਅਮਕਾ ਫਕੀਰ ਆਇਆ ਉਹ ਵੀ ਪੂਰਾ ਨਹੀਂ। ਉਹ ਜਾ ਕੇ ਫਿਰ ਰਾਜੇ ਨੂੰ ਦੱਸਦੀਆਂ ਹਨ ਕਿਉ ਕਾਮ ਜਤ ਸਤ ਉਰ ਊਰਾ। ਇਹ ਕਾਮ ਵਸੀ ਹੋ ਕੇ ਫਕੀਰ ਨੇ ਆਪਣਾ ਜਤ ਸਤ ਛੱਡ ਦਿੱਤਾ ਹੈ, ਇਹਨੇ ਆਪਣਾ ਜਤ ਸਤ ਤਿਆਗ ਦਿੱਤਾ ਹੈ। ਸੁਨ ਨ੍ਰਿਪ ਕੀਏ ਵਿਚਾਰ ਮਨ ਮਾਈ। ਇਹ ਸੁਣ ਕੇ ਰਾਜੇ ਸ਼ਿਵਨਾਭ ਨੇ ਮਨ 'ਚ ਵਿਚਾਰ ਕੀਤੀ, ਪ੍ਰਬਲ ਕਲੀ ਪੂਰਾ ਕੋ ਨਾਈ। ਵਿਚਾਰ ਕਰਦਾ ਰਾਜਾ ਸ਼ਿਵਨਾਭ, ਕਹਿੰਦਾ ਇਹ ਕਲਯੁਗ ਦਾ ਸਮਾਂ, ਇਸ ਕਲਯੁਗ ਦੇ ਸਮੇਂ ਵਿੱਚ ਕੋਈ ਪੂਰਨ ਨਹੀਂ। ਇੱਕ ਸ਼੍ਰੀ ਨਾਨਕ ਗੁਰੂ ਬਹੀਨਾ। ਇਸ ਕਲੀ ਕਾਲ ਵਿੱਚ ਕੇਵਲ ਇੱਕੋ ਇੱਕ ਪੂਰਨ ਗੁਰੂ ਨੇ, ਉਹ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਰਾਜਾ ਸ਼ਿਵਨਾਭ ਵਿਚਾਰ ਕਰ ਰਿਹਾ ਕਿ ਕਲਯੁਗ ਵਿੱਚ ਕੋਈ ਪੂਰਾ ਨਹੀਂ। ਇਹ ਕਲਯੁਗ ਬੜਾ ਪ੍ਰਬਲ ਹੈ, ਪਰ ਇਸ ਪ੍ਰਬਲ ਕਲਯੁਗ ਵਿੱਚ ਇੱਕੋ ਇੱਕ ਸਤਿਗੁਰੂ ਜੀ ਪੂਰਨ ਨੇ, ਉਹ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਪੰਜ ਦੁਸ਼ਟ ਕੈ ਸਰਬ ਅਧੀਨਾ। ਜਿਨ੍ਹਾਂ ਨੇ ਪੰਜਾਂ ਦੁਸ਼ਟਾਂ ਨੂੰ ਆਪਣੇ ਅਧੀਨ ਕੀਤਾ ਹੋਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਵਸ ਕੀਤਾ ਹੋਇਆ। ਅਸ ਕੈ ਚਿਤਵ ਰੂਪ ਕਿਰਪਾਲਾ। ਏਦਾਂ ਕਹਿ ਕੇ ਰਾਜਾ ਸ਼ਿਵਨਾਭ ਮਹਾਰਾਜ ਜੀ ਦੇ ਸਵਰੂਪ ਨੂੰ ਚਿਤਵਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਸਵਰੂਪ ਦੀ ਆਰਾਧਨਾ ਕਰਦਾ ਹੈ। ਲੀਤ ਸਵਾਸ ਜੋ ਸੀਤ ਬਿਸਾਲਾ। ਠੰਡੇ ਠੰਡੇ ਹੌਕੇ ਭਰਦਾ, ਲੰਮੇ ਲੰਮੇ ਸਾਹ ਲੈਂਦਾ ਹੈ। ਪੀਰੀ ਪਰ ਰਹੀ ਮੁਖ ਪਰ ਜਾਂ ਕੇ। ਔਰ ਰਾਜੇ ਸ਼ਿਵਨਾਭ ਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰੇਮ ਨਾਲ ਇੰਨੀ ਖਿੱਚ ਪਈ ਹੈ ਕਿ ਜਦੋਂ ਸਤਿਗੁਰਾਂ ਦੇ ਵਿਜੋਗ ਵਿੱਚ ਦਰਸ਼ਨਾਂ ਤੋਂ ਬਿਨਾਂ ਨੀਂਦ ਨਹੀਂ ਪੈਂਦੀ, ਭੋਜਨ ਚੰਗਾ ਨਹੀਂ ਲੱਗਦਾ, ਤੋ ਚਿਹਰਾ ਪੀਲਾ ਪੈ ਗਿਆ। ਖਾਲਸਾ ਜੀ ਆਸਾਕਾਰ ਦੀਆਂ ਕਈ 9 ਨਿਸ਼ਾਨੀਆਂ ਦੱਸੀਆਂ ਮਹਾਂਪੁਰਸ਼ਾਂ ਵਿਦਵਾਨਾਂ ਨੇ
ਕਿ ਜਿਨ੍ਹਾਂ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤੜਫ ਹੁੰਦੀ ਹੈ ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ। ਕਹਿੰਦੇ ਪ੍ਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੋਇਆਂ ਦਾ ਉਹਨਾਂ ਦੇ ਚਿਹਰੇ ਦਾ ਰੰਗ ਇੱਕ ਵਾਰੀ ਪਹਿਲਾਂ ਪੀਲਾ ਪੈ ਜਾਂਦਾ ਹੈ, ਔਰ ਜਿੱਥੇ ਚਿਹਰਾ ਪੀਲਾ ਪੈ ਜਾਂਦਾ ਹੈ ਉੱਥੇ ਉਹਦੇ ਨੇਤਰ ਸਜਲ ਰਹਿੰਦੇ ਹੈ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਤਨ ਜੀਰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਰਾਜੇ ਸ਼ਿਵਨਾਭ ਦਾ ਚਿਹਰਾ ਵੀ ਪੀਲਾ ਪੈ ਗਿਆ। ਜਦੋਂ ਸਵਣਾ ਨਹੀਂ ਹੈ, ਭੋਜਨ ਨਹੀਂ ਛਕਣਾ, ਜਲ ਨਹੀਂ ਛਕਣਾ, ਕਈ ਦਿਨ ਇਦਾਂ ਹੀ ਬੀਤ ਜਾਣੇ, ਤੋ ਕਹਿੰਦੇ ਰਾਜੇ ਸ਼ਿਵਨਾਭ ਦਾ ਚਿਹਰਾ ਪੀਲਾ ਪੈ ਗਿਆ। ਮੋਚਤ ਜਲ ਦਵੈ ਲੋਚਨ ਤਾਂ ਕੇ, ਆਪਣੇ ਦੋਨਾਂ ਨੇਤਰਾਂ ਵਿੱਚੋਂ ਫੁਹਾਰ ਵਹਾਉਂਦੇ ਰਾਜਾ ਸ਼ਿਵਨਾਭ ਜੀ, ਜਿਨ੍ਹਾਂ ਦੇ ਨੇਤਰਾਂ ਚੋਂ ਜਲ ਵਹਿੰਦਾ ਹੈ। ਅਸ ਜਬ ਖੇਂਚ ਪ੍ਰੇਮ ਨੈ ਕੀਨੀ, ਬੜਾ ਭਾਰੀ ਪ੍ਰੇਮ ਹਿਰਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦਾ, ਇੰਨਾ ਪ੍ਰੇਮ ਕਿ ਉਧਰ ਗੁਰੂ ਨਾਨਕ ਸਾਹਿਬ ਜੀ ਨੂੰ ਇਹਦੇ ਪ੍ਰੇਮ ਦੀ ਖਿੱਚ ਪੈਣੀ ਸ਼ੁਰੂ ਹੋਈ। ਇਹ ਸਿੰਗਲਾ ਦੀਪ ਦੇ ਟਾਪੂ ਤੇ ਬੈਠਾ ਸਤਿਗੁਰੂ ਜੀ ਇਸ ਵੇਲੇ ਰਾਏ ਭੋਇੰ ਦੀ ਤਲਵੰਡੀ ਨਾਨਕਿਆਣਾ ਸਾਹਿਬ ਯਾਨੀ ਕਿ ਨਨਕਾਣਾ ਸਾਹਿਬ ਬੈਠੇ ਹੈ। ਇੱਥੇ ਬੈਠਿਆਂ ਨੂੰ ਸਤਿਗੁਰਾਂ ਨੂੰ ਪ੍ਰੇਮ ਦੀ ਖਿੱਚ ਪਈ। ਕਿਰਪਾ ਨਿਦਾਨ ਸਰਬਗਤ ਚੀਨੀ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਰਾਜੇ ਸ਼ਿਵਨਾਭ ਦੇ ਅੰਦਰ ਦੀ ਸਾਰੀ ਗਤ, ਇਹਦੇ ਅੰਦਰ ਦੀ ਸਾਰੀ ਅਵਸਥਾ ਨੂੰ ਜਾਣਿਆ। ਚਿਤਵਿਓ ਤੈ ਕੋ ਕਰਨ ਨਿਹਾਲਾ, ਸਤਿਗੁਰੂ ਜੀ ਨੇ ਚਿਤਵਿਆ ਕਿ ਹੁਣ ਸਮਾਂ ਆ ਗਿਆ ਕਿ ਜਾ ਕੇ ਰਾਜੇ ਸ਼ਿਵਨਾਭ ਨੂੰ ਨਿਹਾਲ ਕਰੀਏ, ਰਾਜੇ ਸ਼ਿਵਨਾਭ ਨੂੰ ਕਰਤਾਰਥ ਕਰੀਏ। ਕੀਨ ਜਾਸ ਕੋ ਪ੍ਰੇਮ ਬਿਹਾਲਾ, ਔਰ ਜਿਸ ਦਾ ਹਿਰਦਾ ਸਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਔਰ ਉਹ ਬੇਬਲ ਹੋਇਆ ਬੈਠਾ ਹੈ, ਤਹਾਂ ਚਲਨ ਕੀ ਮਨਸ਼ਾ ਧਾਰੀ। ਸਤਿਗੁਰੂ ਜੀ ਨੇ ਸਿੰਗਲਾ ਦੀਪ ਦੇ ਟਾਪੂ ਤੇ ਜਾਣ ਦੀ ਮਨਸਾ ਕੀਤੀ। ਸਹਿ ਨ ਸਕਤ ਬਿਰਹੋਂ ਭਗਤ ਜੋ ਪਾਰੀ, ਸਤਿਗੁਰੂ ਜੀ ਐਸੇ ਦੀਨ ਦਿਆਲ ਨੇ ਕਿ ਆਪਣੇ ਭਗਤਾਂ ਦੀ ਬਿਰਹਾ ਦੀ ਪੀੜਾ ਮਹਾਰਾਜ ਜੀ ਸਹਿ ਨਹੀਂ ਸਕਦੇ। ਆਪਣਿਆਂ ਸੇਵਕਾਂ ਦੀ ਬਿਰਹਾ ਦੀ ਪੀੜਾ ਨੂੰ ਸਤਿਗੁਰੂ ਜੀ ਬਰਦਾਸ਼ਤ ਨਹੀਂ ਕਰ ਸਕਦੇ। ਪ੍ਰੇਮ ਡੋਰ ਕਰ ਬੰਦੇ ਗੁਸਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰੇਮ ਦੀ ਡੋਰ ਨਾਲ ਬੰਨੇ ਹੋਏ ਹਨ। ਖੈਂਚੇ ਮਿਲਨ ਚੈਤ ਨ੍ਰਿਪਤਾਈ, ਰਾਜੇ ਸ਼ਿਵਨਾਭ ਦੀ ਪ੍ਰੇਮ ਦੀ ਡੋਰੀ 'ਚ ਬੱਜੇ ਮਹਾਰਾਜ ਜੀ ਨੂੰ ਖਿੱਚ ਪੈਂਦੀ ਹੈ, ਔਰ ਖਿੱਚੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਮਿਲਣਾ ਚਾਹੁੰਦੇ ਆ, ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣਾ ਚਾਹੁੰਦੇ ਹਨ। ਵੈਸੇ ਏਕ ਦਿਵਸ ਉਦਿਆਨਾ, ਇੱਕ ਦਿਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਉਦਿਆਨ ਕਹਿੰਦੇ ਆ ਜੰਗਲ ਨੂੰ, ਨਾਨਕਾਣਾ ਸਾਹਿਬ ਵਿਖੇ ਬਾਹਰ ਸਤਿਗੁਰੂ ਜੀ ਬਨ 'ਚ ਜੰਗਲ 'ਚ ਬੈਠੇ ਇਕਾਂਤ ਵਿੱਚ। ਮੈਂ ਤੈਂ ਗਇਓ ਸੰਗ ਮਰਦਾਨਾ, ਤੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਕੋਲ ਗਏ। ਕਰ ਬੰਧਨ ਗੇ ਬੈਸ ਸਮੀਪਾ, ਸਤਿਗੁਰੂ ਜੀ ਨੂੰ ਬੰਦਨਾ ਕਰਕੇ ਭਾਈ ਬਾਲਾ ਤੇ ਮਰਦਾਨਾ ਜੀ ਸਤਿਗੁਰੂ ਜੀ ਦੇ ਚਰਨਾਂ 'ਚ ਆ ਕੇ ਬੈਠ ਗਏ। ਅਬ ਬੋਲੇ ਬੇਦੀ ਕੁਲ ਦੀਪਾ, ਬੇਦੀਆਂ ਦੀ ਕੁਲ ਦੇ ਦੀਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਚਲੋ ਸੈਲੇਤ ਦੇਖਨ ਛੋਨੀ। ਮਹਾਰਾਜ ਜੀ ਕਹਿਣ ਲੱਗੇ ਚਲੋ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਪਰਮਾਤਮਾ ਦੀ ਬਣਾਈ ਇਸ ਧਰਤੀ ਨੂੰ ਵੇਖਣ ਚੱਲੀਏ। ਨਿਰੰਕਾਰ ਦੀ ਜਿਹੜੀ ਬਣਾਈ ਇਹ ਧਰਤੀ ਹੈ ਇਹਦੀ ਸੈਰ ਕਰੀਏ, ਇਹਨੂੰ ਵੇਖਣ ਚੱਲੀਏ। ਰਚਨਾ ਕੀਨ ਅਨਿਕ ਜਗ ਜੋਨੀ, ਜਿਸ ਅਕਾਲ ਪੁਰਖ ਨੇ ਇਹ ਸਾਰੇ ਜਗਤ ਦੀ ਰਚਨਾ ਕੀਤੀ ਹੋਈ ਹੈ, ਜਿਹੜਾ ਸਾਰੇ ਜਗਤ ਦਾ ਮਾਲਕ ਹੈ। ਕਿਤੇ ਥਾਨ ਨਰ ਅਨੰਤ ਸੁਭਾਉ, ਕਿਤਨੀਆਂ ਥਾਵਾਂ ਨੇ ਇਸ ਧਰਤੀ ਤੇ ਜਿਨ੍ਹਾਂ ਤੇ ਰਹਿਣ ਵਾਲੇ ਲੋਕ, ਜਿਨ੍ਹਾਂ ਦੇ ਵੱਖੋ ਵੱਖਰੇ ਸੁਭਾਅ ਨੇ, ਵੱਖੋ ਵੱਖਰਾ ਪਹਿਰਾਵਾ, ਵੱਖੋ ਵੱਖਰੀਆਂ ਬੋਲੀਆਂ ਨੇ, ਵੱਖੋ ਵੱਖਰਾ ਖਾਣਾ ਪੀਣਾ, ਰਹਿਣਾ ਸਹਿਣਾ ਵੱਖੋ ਵੱਖਰੇ ਇਲਾਕਿਆਂ ਵਿੱਚ ਹੈ। ਰਾਖਸ਼ ਰਹਿਨ ਥਾਨ ਹੈ ਕਾਉ, ਕਈ ਥਾਵਾਂ ਐਸੀਆਂ ਨੇ ਜਿੱਥੇ ਰਾਖਸ਼ ਰਹਿੰਦੇ ਆ ਕੌਡੇ ਵਰਗੇ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਵੀ ਚੱਲ ਕੇ ਵੇਖੀਏ। ਕਿਤ ਧਰਮੀ ਕਿਤ ਅਗੀ ਬਸੰਤੇ, ਬੜੇ ਬੜੇ ਧਰਮੀ ਲੋਕ ਰਹਿੰਦੇ ਐ
ਤੇ ਕਿਤੇ ਬੜੇ ਬੜੇ ਪਾਪੀ ਲੋਕ ਵੀ ਵਸਦੇ ਨੇ। ਚਲੋ ਵੇਖੀਏ ਮਰਦਾਨਾ ਜੀ ਪ੍ਰਮਾਤਮਾ ਦੀ ਬਣਾਈ ਕੁਦਰਤ ਨੂੰ। ਕਹੂੰ ਦੁਖੀ ਕਹਿ ਸੁਖੀ ਰਹੰਤੇ। ਤੇ ਬੜੇ ਬੜੇ ਦੁਖੀ ਲੋਕ ਰਹਿੰਦੇ ਐ। ਕਈ ਧਰਤੀਆਂ ਕਈ ਥਾਵਾਂ ਐਸੀਆਂ ਜਿੱਥੇ ਬੜੇ ਬੜੇ ਸੁਖੀ ਲੋਕ ਵਸਦੇ ਹਨ। ਨਿਗਮਾਗਮ ਕਿਤ ਕਬਤ ਪੁਰਾਨਾ। ਕਿਤੇ ਲੋਕ ਸ਼ਾਸਤਰਾਂ ਨੂੰ, ਪੁਰਾਣਾਂ ਨੂੰ, ਵੇਦਾਂ ਨੂੰ ਕਥਨ ਕਰ ਰਹੇ ਹਨ। ਕਹੂੰ ਤੁਰਕ ਹੈ ਪੜਤ ਕੁਰਾਨਾ। ਕਿਤੇ ਤੁਰਕ ਲੋਕ ਜਿਹੜੇ ਨੇ ਉਹ ਕੁਰਾਨ ਪੜ੍ਹ ਰਹੇ ਨੇ, ਉਹ ਕੁਰਾਨਾਂ ਦਾ ਪਠਨ ਪਾਠਨ ਕਰ ਰਹੇ ਹਨ। ਦੇਸ਼ ਵਿਦੇਸ਼ਨ ਕੀ ਬਹੁ ਭਾਖਾ। ਦੇਸ਼ਾਂ ਵਿਦੇਸ਼ਾਂ ਦੀਆਂ ਬਹੁ ਪ੍ਰਕਾਰ ਦੀਆਂ ਬੋਲੀਆਂ ਨੇ, ਉਹਨਾਂ ਬੋਲੀਆਂ ਨੂੰ ਬੋਲਣ ਵਾਲੇ ਲੋਕ ਹਨ। ਚਲੋ ਬਿਲੋਕਨ ਕੀ ਅਬਿਲਾਖਾ। ਚਲੋ ਮਰਦਾਨਾ ਜੀ ਚੱਲ ਕੇ ਉਹਨਾਂ ਸਾਰਿਆਂ ਨੂੰ ਵੇਖੀਏ, ਸਾਨੂੰ ਅਬਲਾਖਾ ਹੈ ਉਹਨਾਂ ਨੂੰ ਵੇਖਣ ਦੀ। ਵੱਖੋ ਵੱਖਰੇ ਖਿੱਤਿਆਂ 'ਚ ਵੱਖੋ ਵੱਖਰੀਆਂ ਬੋਲੀਆਂ ਬੋਲਣ ਵਾਲੇ ਅਨੇਕ ਲੋਕ ਰਹਿੰਦੇ ਆ। ਚਲੋ ਚੱਲ ਕੇ ਉਹਨਾਂ ਨੂੰ ਮਿਲੀਏ, ਉਹਨਾਂ ਨੂੰ ਚੱਲ ਕੇ ਵੇਖੀਏ, ਇਹ ਸਾਡੀ ਇੱਛਾ ਹੈ। ਸੁਨ ਕਰ ਬਚਨ ਕਹਿਤ ਮਰਦਾਨਾ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ, ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲੇ, ਪ੍ਰਭੂ ਸਮਰੱਥ ਸਕਲ ਗੁਣ ਖਾਨਾ। ਕਹਿਣ ਲੱਗੇ ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਦੇਵ ਹੋ। ਹੇ ਗੁਣਾਂ ਦੀ ਖਾਨ, ਹੇ ਸਰਬ ਕਲਾ ਸਮਰੱਥ ਸਤਿਗੁਰੂ ਜੀ। ਜੈ ਇੱਛਾ ਤੁਮ ਚਲੋ ਅਗਾਰੀ। ਮਹਾਰਾਜ ਜਿੱਥੇ ਤੁਹਾਡੇ ਚੱਲਣ ਦੀ ਜਾਣ ਦੀ ਇੱਛਾ ਹੈ, ਆਪ ਜੀ ਅੱਗੇ ਅੱਗੇ ਚੱਲੋ। ਓ ਰਾਵਰ ਕੀ ਸਦਾ ਪਿਛਾਰੀ। ਮਹਾਰਾਜ ਮੈਂ ਤਾਂ ਤੁਹਾਡਾ ਸੇਵਕ ਹਾਂ, ਤੁਹਾਡੇ ਪਿੱਛੇ ਪਿੱਛੇ ਟੁਰਿਆ ਚਲਿਆ ਜਾਵਾਂਗਾ। ਆਪ ਜੀ ਅੱਗੇ ਅੱਗੇ ਚਲੋ ਮਹਾਰਾਜ, ਮੈਂ ਤੁਹਾਡੇ ਪਿੱਛੇ ਚੱਲਾਂਗਾ। ਤੁਮ ਸਭ ਪ੍ਰਭ ਕੀ ਸਰਨੇ ਛੋਰੀ। ਮਹਾਰਾਜ ਆਪ ਜੈਸੇ ਪ੍ਰਭੂ ਦੀ ਸ਼ਰਨ ਨੂੰ ਛੱਡ ਕੇ ਕਾਕੋ ਗਹੋ ਅਲੰਬ ਬਹੋਰੀ। ਮੈਂ ਕਿਹਦਾ ਆਸਰਾ ਲਵਾਂਗਾ। ਮਹਾਰਾਜ ਆਪ ਜੈਸੇ ਪ੍ਰਭੂ ਸਮਰੱਥ ਦੀ ਸ਼ਰਨ ਛੱਡ ਕੇ ਭਲਾ ਮੈਨੂੰ ਹੋਰ ਕਿਹਦਾ ਆਸਰਾ, ਮੈਂ ਕਿਸ ਦਾ ਆਸਰਾ ਗ੍ਰਹਿਣ ਕਰਨਾ। ਸੁਨੋ ਗੁਰੂ ਅੰਗਤ ਗਤ ਦਾਨੀ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਜੀ ਮੁਕਤੀ ਦਾਤੇ ਸਤਿਗੁਰੂ ਜੀ ਸੁਣੋ। ਬੰਦ ਪਾਨ ਪੁਨ ਮੈਂ ਕਹਿ ਬਾਨੀ। ਕਹਿੰਦੇ ਜਦੋਂ ਭਾਈ ਮਰਦਾਨੇ ਨੇ ਇਉਂ ਬੇਨਤੀ ਕੀਤੀ, ਭਾਈ ਬਾਲਾ ਜੀ ਕਹਿੰਦੇ ਮੈਂ ਵੀ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ। ਦੀਨ ਦਿਆਲ ਰਾਖ ਨਿਜ ਸਾਥਾ। ਬੇਨਤੀ ਕੀਤੀ, ਆਖਿਆ ਹੇ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਸਤਿਗੁਰੂ ਕਿਰਪਾ ਕਰਕੇ ਮੈਨੂੰ ਵੀ ਆਪਣੇ ਨਾਲ ਰੱਖੋ। ਭਾਈ ਬਾਲਾ ਜੀ ਨੇ ਇਦਾਂ ਬੇਨਤੀ ਕੀਤੀ। ਕਹਿੰਦੇ ਮੈਂ ਹੱਥ ਜੋੜ ਕੇ ਕਿ ਮਹਾਰਾਜ ਮਰਦਾਨੇ ਨੂੰ ਲੈ ਚੱਲਿਓ, ਉਹਨੇ ਰਬਾਬ ਵਜਾਉਣੀ ਹੈ, ਉਹਦੇ ਨਾਲ ਆਪ ਜੀ ਦਾ ਕੰਮ ਹੈ, ਪਰ ਮਹਾਰਾਜ ਮੈਨੂੰ ਤੁਹਾਡੇ ਨਾਲ ਕੰਮ ਹੈ। ਮੈਂ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ, ਕਿਰਪਾ ਕਰੋ ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਚੱਲੋ। ਤੁਮ ਸਮ ਦੇਖੋ ਔਰ ਨ ਨਾਥਾ। ਇਹ ਨਾਥ ਮੈਨੂੰ ਤੁਹਾਡੇ ਵਰਗਾ ਨਾਥ ਕੋਈ ਜਗਤ ਵਿੱਚ ਨਜ਼ਰ ਨਹੀਂ ਆਉਂਦਾ, ਤੁਹਾਡੇ ਸਮਾਨ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ। ਸੁਣ ਕੇ ਬਚਨ ਪ੍ਰਸੀਦ ਵਿਸਾਲਾ। ਜਦੋਂ ਭਾਈ ਬਾਲਾ ਜੀ ਨੇ ਉਹ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਿਰਪਾ ਦੇ ਘਰ ਵਿੱਚ ਆਏ। ਭਾਈ ਪਰਦੋਖ ਉਠੇ ਤੇ ਕਾਲਾ। ਪਰਦੋਖ ਕਹਿੰਦੇ ਆ ਸ਼ਾਮ ਜੇ ਦਾ ਸਮਾਂ ਹੋਇਆ, ਮਹਾਰਾਜ ਜੀ ਉੱਠੇ, ਆਏ ਨਗਰ ਵਿਖੇ ਨਿਜ ਸਦਨਾ। ਗਰੀਬ ਨਵਾਜ ਸਾਹਿਬ ਜੀ ਚੱਲ ਕੇ ਆਪਣੇ ਮਹਿਲਾਂ ਵਿੱਚ ਆਪਣੇ ਘਰ ਆਏ ਹਨ। ਪਰ ਫੁੱਲਤ ਅਰਬਿੰਦ ਸੁਬਦਨਾ। ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਕਮਲ ਸਰੀਖਾ ਸੋਹਣਾ ਮੁਖੜਾ ਖਿੜਿਆ ਹੋਇਆ। ਸਵਈਆ ਬੈਨ ਕਾਏ ਨਿਜ ਧਾਮ ਵੇਖੇ, ਅਬ ਨਾਨਕ ਜੀ ਚੱਲ ਬੇਕਿਤ ਤਿਆਰਾ। ਕਹਿਣ ਲੱਗੇ ਘਰ ਆ ਕੇ ਨਾ ਸਤਿਗੁਰਾਂ ਦੇ ਬਚਨ ਕਹੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਕਿਤੇ ਚੱਲਣ ਦੀ ਤਿਆਰੀ ਕੀਤੀ ਹੈ। ਸੰਗ ਚਲੇ ਤਿੰਨ ਕੇ ਹਮ ਤਾਂ, ਛਿਨ ਪ੍ਰੀਤ ਵਿਸਾਲ ਦਿਆਲੇ ਉਦਾਰਾ। ਭਾਈ ਬਾਲਾ ਜੀ ਕਹਿੰਦੇ ਅਸੀਂ ਵੀ ਆਪਣੇ ਘਰਾਂ 'ਚ ਕਹਿ ਦਿੱਤਾ ਤੇ ਸਤਿਗੁਰਾਂ ਦੇ ਘਰ 'ਚ ਵੀ ਇਹ ਖਬਰ ਪਹੁੰਚੀ।
ਅਸੀਂ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਕਿਤੇ ਚੱਲੇ ਨੇ, ਕਿੱਥੇ ਚੱਲੇ ਨੇ ਉਹ ਜਾਣਦੇ ਆ, ਅਸੀਂ ਉਹਨਾਂ ਦੇ ਨਾਲ ਚੱਲੇ ਆ। ਇਹ ਅਸੀਂ ਆਪਣੀ ਪ੍ਰੀਤ ਉਹਨਾਂ ਪ੍ਰਤੀ ਪ੍ਰਗਟ ਕੀਤੀ ਹੈ। ਯੋ ਸੁਧ ਪੀ ਜਬ ਸ਼੍ਰੀ ਗੁਰ ਆਲਿਆ। ਇੱਧਰ ਸਤਿਗੁਰਾਂ ਦੇ ਘਰ ਜਦੋਂ ਖਬਰ ਹੋਈ ਨਾ, ਮਾਤਾ ਜੀ ਹੋਣਾ ਨੂੰ, ਪਿਤਾ ਜੀ ਹੋਣਾ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤਿਆਰੀ ਕੀਤੀ ਹੈ ਚੱਲਣ ਦੀ। ਮਾਤ ਪਿਤਾ ਸੁਧ ਦੇਹੀ ਵਿਸਾਰਾ। ਮਾਤਾ ਜੀ ਔਰ ਪਿਤਾ ਜੀ ਨੂੰ ਆਪਣੇ ਸਰੀਰ ਦੀ ਸੁੱਧ ਭੁੱਲ ਗਈ ਸੁਣਦੇ। ਜਦੋਂ ਸੁਣਿਆ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਚੱਲਣ ਲੱਗੇ ਨੇ, ਜਾਣ ਲੱਗੇ ਨੇ, ਸੁਣਦਿਆਂ ਸਾਰ ਮਾਤਾ ਜੀ ਨੂੰ ਆਪਣੀ ਸੁੱਧ ਭੁੱਲ ਗਈ, ਪਿਤਾ ਜੀ ਨੂੰ ਵੀ ਆਪਣੀ ਸੁੱਧ ਭੁੱਲ ਗਈ। ਚਿੰਤ ਬਾਦੀ ਔਰੇ ਅੰਤਰ ਪੂਰ। ਹਿਰਦੇ ਵਿੱਚ ਬੜੀ ਭਾਰੀ ਚਿੰਤਾ ਵੱਧ ਗਈ, ਇੱਕਦਮ ਹਿਰਦਾ ਚਿੰਤਾ ਨੇ ਗ੍ਰਸ ਲਿਆ। ਨਿਰੰਤਰ ਦੀਨ ਚਲੇ ਨੇ ਚਾਰਾ। ਕਹਿੰਦੇ ਨਿਰੰਤਰ ਇੱਕ ਰਸ ਦੁਖੀ ਹੋ ਰਹੇ ਨੇ ਦੋਵੇਂ, ਕੋਈ ਚਾਰਾ ਨਹੀਂ ਚੱਲਦਾ, ਕੋਈ ਉਪਾਅ ਕੰਮ ਨਹੀਂ ਕਰਦਾ। ਰਾਏ ਬੁਲਾਰ ਆਵਾਸ ਗਏ। ਉਸੇ ਵੇਲੇ ਰਾਏ ਬੁਲਾਰ ਜੀ ਦੇ ਘਰ ਗਏ ਦੋਵੇਂ ਜਣੇ। ਤੈਂ ਜਾਵਤ ਹੀ ਬੋ ਰੋਦਨ ਕੀਨੋ। ਜਾ ਕੇ ਦੋਵੇਂ ਹੀ ਰੁਦਨ ਕਰਨ ਲੱਗੇ। ਮਾਤਾ ਜੀ ਦੇ ਨੇਤਰ ਵੀ ਭਰੇ ਹੋਏ ਤੇ ਪਿਤਾ ਜੀ ਦੀਆਂ ਅੱਖਾਂ ਵੀ ਸਜਲ ਹਨ। ਸ਼੍ਰੀ ਗੁਰ ਕੀ ਜਨਨੀ ਔਰੇ ਆਤੁਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਨਨੀ, ਧੰਨ ਜਨਨੀ, ਧੰਨ ਮਾਤਾ, ਧੰਨ ਮਾਤਾ, ਮਾਤਾ ਤ੍ਰਿਪਤਾ ਜੀ, ਜਿਹੜੇ ਰੁਦਨ ਕਰ ਰਹੇ ਨੇ, ਨੇਤਰਾਂ ਚੋਂ ਨੀਰ ਵਹਾ ਰਹੇ ਨੇ। ਤਾਤ ਗਇਓ ਪਿਤ ਪ੍ਰਾਤ ਸੋ ਤੀਨੋ। ਉਹ ਵੀ ਗਏ ਰੁਦਨ ਕਰਦੇ, ਪਿਤਾ ਜੀ ਵੀ ਗਏ ਤੇ ਪਿਤਾ ਜੀ ਦੇ ਭਰਾਤਾ ਯਾਨੀ ਕਿ ਚਾਚਾ ਲਾਲੂ ਜੀ ਵੀ ਗਏ ਰਾਏ ਬੁਲਾਰ ਦੇ ਕੋਲ। ਹੋਏ ਆਧੀਨ ਕਾਹੇ ਮੁਖ ਸੋ। ਰਾਏ ਬੁਲਾਰ ਦੇ ਅਧੀਨ ਹੋ ਕੇ ਬੋਲੇ, ਕਹਿਣ ਲੱਗੇ, ਨਾਨਕ ਧਾਮ ਰੱਖੋ ਜੀਵ ਚੀਨੋ। ਆਖਿਆ ਰਾਏ ਜੀ ਜੋ ਮਰਜ਼ੀ ਕਰੋ, ਤੁਹਾਡਾ ਕਹਿਣਾ ਨਹੀਂ ਮੋੜਦੇ ਗੁਰੂ ਨਾਨਕ ਸਾਹਿਬ। ਤੁਸੀਂ ਜੋ ਮਰਜ਼ੀ ਕਰੋ, ਜਿਵੇਂ ਮਰਜ਼ੀ ਕਰੋ, ਨਾਨਕ ਜੀ ਨੂੰ ਕਿਸੇ ਤਰੀਕੇ ਘਰ ਰੱਖ ਲੋ, ਉਹਨਾਂ ਨੂੰ ਜਾਣ ਨਾ ਦਿਓ। ਇਹ ਬੇਨਤੀ ਹੈ। ਯੋ ਕੈਸੋ ਵਾਸ ਲਿਓ ਜਬਈ। ਕਹਿੰਦੇ ਇਉਂ ਕਹਿ ਕੇ ਜਦੋਂ ਹੌਕਾ ਜਾ ਭਰਿਆ ਪਿਤਾ ਜੀ ਤੇ ਮਾਤਾ ਜੀ ਹੋਣਾ ਨੇ, ਸੁਨ ਰਾਏ ਤਬੇ ਕਰੁਣਾ ਰਸ ਪੀਨੋ। ਰਾਏ ਬੁਲਾਰ ਦਾ ਵੀ ਗਲਾ ਭਰ ਆਇਆ। ਉਹਨੇ ਵੇਖਿਆ ਇਹ ਵੀ ਤਾਂ ਮਾਂ ਬਾਪ ਨੇ, ਇਹਨਾਂ ਅੰਦਰ ਵੀ ਤਾਂ ਮਮਤਾ ਹੈ, ਇਹਨਾਂ ਹਿਰਦਿਆਂ ਦੇ ਵਿੱਚ ਵੀ ਤਾਂ ਇੱਕ ਇੱਕ ਪੁੱਤਰ ਦੀ ਲਾਲਸਾ ਹੈ, ਉਹਨਾਂ ਪ੍ਰਤੀ ਆਪਣੇ ਹਿਰਦੇ 'ਚ ਆਸਾਂ ਉਮੀਦਾਂ ਨੇ। ਰਾਏ ਜੀ ਨੇ ਸੋਚਿਆ, ਹਾਲਾਂਕਿ ਵਿਵੇਕੀ ਹੋ ਚੁੱਕੇ ਆ ਰਾਏ ਜੀ, ਪਰ ਮਾਤਾ ਤੇ ਪਿਤਾ ਜੀ ਦਾ ਪ੍ਰੇਮ ਵੇਖ ਕੇ ਗੁਰੂ ਨਾਨਕ ਸਾਹਿਬ ਪ੍ਰਤੀ ਹੋਈ, ਇਹਨੂੰ ਵਾਤ ਛੱਲਿਆ ਰਸ ਕਹਿੰਦੇ ਆ ਕਵਿਤਾ ਦਾ। ਖਾਲਸਾ ਜੀ, ਮਹਾਕਵੀ ਜੀ ਜਦੋਂ ਜਿਹੜਾ ਵੀ ਰਸ ਵਰਣਨ ਕਰਦੇ ਆ ਨਾ, ਉਹ ਰਸ ਵਿੱਚ, ਹਰ ਰਸ ਵਿੱਚ ਰਸ ਭਰ ਦਿੰਦੇ ਆ। ਕਵਿਤਾ ਦੇ 9 ਰਸ ਹੁੰਦੇ ਆ। ਜਦੋਂ ਜੰਗ ਦੀ ਕਥਾ ਸੁਣਦੇ ਹੋ ਉਦੋਂ ਬੀਭਤਸ ਰਸ, ਭਿਆਨਕ ਰਸ, ਰੁਦਰ ਰਸ, ਵੀਰ ਰਸ ਦਾ ਵਰਣਨ ਕਰਦੇ, ਕਮਾਲ ਕਰਦੇ। ਤੇ ਕਦੇ ਕਦੇ ਮਰਦਾਨੇ ਨਾਲ ਜਦੋਂ ਗੱਲਾਂ ਕਰਦੇ ਤੇ ਉਦੋਂ ਹਾਸ ਰਸ ਦਾ ਵੀ ਵਰਣਨ ਹੁੰਦਾ। ਤੇ ਹਾਸ ਰਸ ਦਾ ਵਰਣਨ ਕਰਦਿਆਂ ਕਰਦਿਆਂ ਜਦੋਂ ਕਿਤੇ ਵਿਆਹ ਸ਼ਾਦੀ ਦਾ ਮਾਹੌਲ ਹੁੰਦਾ ਹੈ, ਉੱਥੇ ਫਿਰ ਸ਼ਿੰਗਾਰ ਰਸ ਦਾ ਵੀ ਵਰਣਨ ਕਰਦੇ। ਤੇ ਜਦੋਂ ਪ੍ਰੇਮ ਦੀ ਖੇਡ ਆਉਂਦੀ ਹੋਇਆ ਨਾ, ਜਿੱਥੇ ਪ੍ਰੇਮ ਭਾਵ ਹੋਵੇ, ਉੱਥੇ ਫਿਰ ਜਿਹੜਾ ਰਸ ਵਰਣਨ ਕਰਦੇ ਨੇ ਉਹਨੂੰ ਕਹਿੰਦੇ ਨੇ ਵਾਤ ਛੱਲਿਆ ਰਸ। ਇਹ ਜਿਹੜਾ ਰਸ ਵਰਣਨ ਹੋ ਰਿਹਾ ਨਾ ਇਸ ਵੇਲੇ ਕਵਿਤਾ 'ਚ, ਇਹਨੂੰ ਵਾਤ ਛੱਲਿਆ ਰਸ ਕਹਿੰਦੇ ਆ। ਪ੍ਰੇਮ ਦੇ ਨਾਲ ਵਾਤ ਛੱਲਿਆ ਦਾ ਕੀ ਮਤਲਬ ਹੁੰਦਾ ਹੈ? ਜਿਵੇਂ ਗਊ ਆਪਣੇ ਆਪਣੇ ਬੱਚੇ ਨਾਲ ਪ੍ਰੇਮ ਕਰਦੀ ਹੈ ਨਾ, ਉਹਨੂੰ ਵਾਤ ਛੱਲਿਆ। ਉਹ ਵਤਸ਼ ਨਾਲ ਜੋ ਪ੍ਰੇਮ ਕਰਦੀ ਹੈ ਉਹਦਾ ਰਸ ਉਹ ਕਵਿਤਾ 'ਚ ਵਰਣਨ ਹੁੰਦਾ ਹੈ। ਤੋ ਪਿਤਾ ਜੀ ਦੇ ਔਰ ਮਾਤਾ ਜੀ ਦੀ ਬੇਨਤੀ ਸਭ ਸੁਣ ਕੇ ਰਾਏ ਬੁਲਾਰ ਜੀ ਦਾ ਵੀ ਕੰਠ ਭਰ ਆਇਆ। ਉਹਨਾਂ ਦੇ ਵੀ ਨੇਤਰ ਪਿੱਛੇ ਜਦੋਂ ਮਾਤਾ ਜੀ ਬੇਨਤੀਆਂ ਕਰਦੇ ਸੀ ਨਾ ਸਤਿਗੁਰਾਂ ਨੂੰ, ਜਦੋਂ ਆਏ ਕਈ ਮਹੀਨਿਆਂ ਕਈ ਸਾਲਾਂ ਬਾਅਦ ਆਏ ਸੀ ਨਨਕਾਣਾ ਸਾਹਿਬ,
ਤੇ ਮਾਤਾ ਜੀ ਬਿਰਹਾ ਤੁਰ ਹੋ ਕੇ ਕਹਿੰਦੇ, ਨਾਨਕ ਇੱਕ ਵਾਰੀ ਤਾਂ ਘਰ ਚੱਲ, ਇੱਕ ਵਾਰੀ ਤਾਂ ਚੱਲ, ਕੁਝ ਨਾ ਕਰੀ ਤੂੰ, ਬਸ ਬੈਠਾ ਰਹੀਂ। ਤੇ ਇਹੋ ਜਿਹਾ ਪ੍ਰੇਮ ਵਰਣਨ ਹੁੰਦਾ, ਇਹਨੂੰ ਪ੍ਰੇਮ ਰਸ ਕਹਿੰਦੇ ਆ, ਇਹਨੂੰ ਵਾਤਸ਼ਲਿਆ ਰਸ ਕਹਿੰਦੇ ਆ। ਇਸ ਵਾਤਸ਼ਲਿਆ ਰਸ ਨੂੰ ਸਰਵਣ ਕਰਨ ਵਾਲਿਆਂ ਦੇ ਨੇਤਰਾਂ 'ਚੋਂ ਬਦੋ ਬਦੀ ਜਲ ਚੱਲਣ ਲੱਗ ਪੈਂਦਾ, ਬਦੋ ਬਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਉਹ ਅਕਸਰ ਦਾਸ ਨੂੰ ਫੋਨ ਕਰਦੇ, ਉਹ ਕਥਾ ਸੁਣਦੇ ਆ ਟੀਵੀ ਤੇ। ਉਸ ਦਿਨ ਉਹਨਾਂ ਨੇ ਫੋਨ ਕਰਕੇ ਕਹਿੰਦੇ, ਮੇਰੇ ਨੇਤਰਾਂ ਵਿੱਚੋਂ ਪਾਣੀ ਨਹੀਂ ਰੁਕਿਆ। ਕਹਿੰਦੇ ਮਾਤਾ ਦੇ ਮਨ ਵਿੱਚ ਇੰਨਾ ਪ੍ਰੇਮ ਸਤਿਗੁਰੂ ਗੁਰੂ ਨਾਨਕ ਸਾਹਿਬ ਪ੍ਰਤੀ, ਉਹਨਾਂ ਦੀ ਕਿਹੋ ਜਿਹੀ ਅਵਸਥਾ ਤੇ ਗੁਰੂ ਸਾਹਿਬ ਜੀ ਦੀ ਕੈਸੀ ਖੇਡ। ਇਹ ਅਲੌਕਿਕ ਖੇਡਾਂ ਨੇ ਸਤਿਗੁਰਾਂ ਦੀਆਂ, ਇਹਨੂੰ ਵਾਤਸ਼ਲਿਆ ਰਸ ਕਹਿੰਦੇ ਹਨ। ਹਾਂਜੀ। ਉਚੰਗ ਛੰਦ ਤਬੇਰਾਏ ਭੇਜਿਓ ਉਮੇਦਾ ਜੋ ਦਾਸੂ। ਰਾਏ ਬੁਲਾਰ ਨੂੰ ਪਤਾ ਸੀ ਵੀ ਹੁਣ ਤਾਂ ਉਹਨਾਂ ਨੇ ਜੋ ਠਾਣ ਲਈ ਹੈ ਜਾਣ ਦੀ, ਉਹ ਤਾਂ ਜਾਣਾ, ਕਿਉਂਕਿ ਉਹਨਾਂ ਦਾ ਮਕਸਦ ਬੜਾ ਵੱਡਾ ਹੈ। ਉਹ ਕੇਵਲ ਨਨਕਾਣਾ ਸਾਹਿਬ ਤੱਕ ਸੀਮਤ ਨਹੀਂ ਹਨ, ਬੜੀ ਬੜੀ ਦੂਰ ਬੈਠੇ ਉਹਨਾਂ ਦੇ ਸੇਵਕ ਉਹਨਾਂ ਦੀ ਆਰਾਧਨਾ ਕਰ ਰਹੇ ਹੈ। ਪਰ ਫਿਰ ਵੀ ਮਾਤਾ ਜੀ ਨੇ ਕਿਹਾ ਸੀ, ਪਿਤਾ ਜੀ ਨੇ ਕਿਹਾ ਸੀ, ਤਾਂ ਰਾਏ ਬੁਲਾਰ ਜੀ ਨੇ ਉਹਨਾਂ ਦਾ ਪ੍ਰੇਮ ਵੇਖਦੇ। ਆਪਣਾ ਇੱਕ ਸੇਵਕ ਸੀ ਰਾਏ ਬੁਲਾਰ ਦਾ, ਉਹਦਾ ਨਾਮ ਸੀ ਉਮੇਦਾ। ਉਮੇਦੇ ਨੂੰ ਕਿਹਾ, ਆਖਿਆ ਉਮੇਦਿਆ ਜਾ ਭੱਜ ਕੇ ਛੇਤੀ ਕਮਲ ਨੈਣ ਸਾਹਿਬ ਨੂੰ ਬੁਲਾ ਕੇ ਲਿਆ, ਛੇਤੀ ਜਾ। ਹਾਂਜੀ। ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੋ। ਹਾਂ, ਪਿਤਾ ਜੀ ਦੇ ਮਹਿਤਾ ਕਾਲੂ ਜੀ ਦੇ ਘਰ ਜਾਓ, ਜਿੱਥੇ ਸਤਿਗੁਰੂ ਜੀ ਤਪਾ ਜੀ ਬੈਠੇ ਹਨ। ਕਰੋ ਬੰਦਗੀ ਜਾਏ ਆਗੇ ਕਨੇਰੀ। ਮੇਰੇ ਵੱਲੋਂ ਜਾ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕੀ, ਬੰਦਗੀ ਕਰੀ। ਦਇਆ ਧਾਰ ਦੀਦਾਰ ਦੀਜੇ ਬਿਦੇਰੀ। ਤੇ ਨਾਲੇ ਬੇਨਤੀ ਕਰੀ, ਆਖੀ ਸਤਿਗੁਰੂ ਜੀ ਦਇਆ ਕਰੋ, ਦਇਆ ਧਾਰ ਕੇ ਆ ਕੇ ਬਿਨਾਂ ਦੇਰੀ ਤੋਂ ਮੈਨੂੰ ਦਰਸ਼ਨ ਦਿਓ। ਉਮੇਦਾਂ ਗਇਓ ਬੇਗਬਾਨੀ ਅਲਾਈ। ਕਹਿੰਦੇ ਜਦੋਂ ਇਹ ਗੱਲ ਸੁਣੀ ਨਾ, ਉਮੇਦੇ ਨੇ ਛੇਤੀ ਗਿਆ ਭੱਜ ਕੇ ਸਤਿਗੁਰਾਂ ਦੇ ਕੋਲ। ਤਪਾ ਜੀ ਤੁਮੇ ਬੰਦਗੀ ਰਾਏ ਗਾਈ। ਆ ਕੇ ਮੱਥਾ ਟੇਕਿਆ ਤੇ ਕਹਿੰਦਾ, ਤਪਾ ਜੀ, ਰਾਏ ਬੁਲਾਰ ਨੇ ਆਪ ਜੀ ਦੇ ਚਰਨਾਂ ਤੇ ਬੰਦਗੀ ਨਾਮਾ ਭੇਜਿਆ, ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਪ੍ਰਵਾਨ ਕਰੋ। ਇਕੰਬਾਰ ਐ ਕੇ ਦੀਦਾਰੰ ਦਈ ਜੇ। ਕਹਿੰਦੇ ਆ ਵੀ ਇੱਕ ਵਾਰ ਆ ਕੇ ਸਤਿਗੁਰੂ ਜੀ ਮੈਨੂੰ ਦਰਸ਼ਨ ਦੇ ਦੇਣ। ਜਿਤੰ ਫੇਰ ਜਾਨੋ ਪਿਆਨੋ ਕਰੀ ਜੇ। ਫਿਰ ਉਹਨਾਂ ਦਾ ਮਨ ਜਿੱਧਰ ਨੂੰ ਜਾਣ ਨੂੰ ਹੋਵੇ ਚਲੇ ਜਾਣ, ਪਰ ਜਾਣ ਤੋਂ ਪਹਿਲਾਂ ਇੱਕ ਵੇਰੀ ਮੈਨੂੰ ਦਰਸ਼ਨ ਦੇ ਜਾਣ। ਸਵਈਆ ਯੋ ਸੁਨ ਕੈ ਤਬ ਨਾਨਕ ਜੀ, ਤਜ ਆਸਨ ਕੋ ਤੇ ਸੰਗ ਪਦਾਰੇ। ਕਹਿੰਦੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਿਆ, ਰਾਏ ਜੀ ਨੇ ਸੱਦਿਆ, ਆਪਣੇ ਪਿਆਰੇ ਦਾ ਸੁਨੇਹਾ ਸੁਣ ਕੇ ਝਟ ਆਸਣ ਤੋਂ ਉੱਠੇ ਤੇ ਚੱਲ ਪਏ। ਰਾਏ ਰਿਦੇ ਸੁਖ ਸੋ ਬਿਗਸਾ, ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ। ਸਤਿਗੁਰੂ ਜੀ ਆਏ ਤੇ ਜਦੋਂ ਰਾਏ ਬੁਲਾਰ ਜੀ ਨੇ ਦਰਸ਼ਨ ਕੀਤੇ, ਸਾਹਿਬ ਜੀ ਦੇ ਆਪਣੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰਦਿਆਂ ਰਾਏ ਬੁਲਾਰ ਜੀ ਦਾ ਹਿਰਦਾ ਖੇੜੇ ਨਾਲ ਖਿੜ ਗਿਆ। ਉਠਤ ਪਾਮਚ ਉਪਰ ਤੇ ਟਿਗ ਸ਼੍ਰੀ ਗੁਰ ਜਾਏ ਕੇ ਕੀਨ ਨਿਵਾਰੇ। ਮੰਚ ਕਹਿੰਦੇ ਆ ਪਲੰਗੇ ਨੂੰ, ਆਪਣੇ ਪਲੰਗੇ ਤੋਂ ਰਾਏ ਬੁਲਾਰ ਜੀ ਉੱਠੇ, ਉੱਠ ਕੇ ਅੱਗੇ ਆ ਕੇ ਗਰੀਬ ਨਵਾਜ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਬੰਧਨ ਕੀਨ ਆਦੀਨ ਪਇਓ, ਮੁਖ ਪਾਖ ਬੀਨੇ ਨਿਜ ਊਚ ਬੈਠਾਰੇ। ਸਤਿਗੁਰੂ ਜੀ ਨੇ ਰੋਕਿਆ ਰਾਏ ਬੁਲਾਰ ਜੀ ਨੂੰ ਨਮਸਕਾਰ ਕਰਨ ਤੋਂ, ਨਿਵਾਰਿਆ ਉਹਨਾਂ ਨੂੰ, ਔਰ ਮਹਾਰਾਜ ਜੀ ਦਾ ਬੜਾ ਅਦਬ ਸਤਿਕਾਰ ਕਰਕੇ ਇਹਨੇ ਮਹਾਰਾਜ ਜੀ ਨੂੰ ਪਲੰਗੇ ਦੇ ਉੱਤੇ ਆਪਣੇ ਨਾਲ ਉੱਚੇ ਥਾਂ ਤੇ ਬਿਠਾਇਆ। ਤਾਤਾਰ ਮਾਤ ਤੁਮਾਰ ਬਿਰਿਆ ਤੁਰ। ਬੋਲੇ ਰਾਏ ਬੁਲਾਰ ਜੀ, ਮਹਾਰਾਜ ਕਮਲ ਨੈਣ ਸਾਹਿਬ ਜੀ, ਤੁਹਾਡੇ ਪਿਤਾ ਔਰ ਤੁਹਾਡੇ ਮਾਤਾ ਜੀ ਦੋਨੋਂ ਹੀ ਤੁਹਾਡੇ ਵਿਛੋੜੇ ਦੀ ਤੜਫ 'ਚ ਤੜਫ ਰਹੇ ਨੇ,
ਦੋਵੇਂ ਹੀ ਬਿਰਹਾ ਤੁਰ ਦੁਖੀ ਹੋ ਰਹੇ ਨੇ। ਸਾਗਰ ਮੋਹ ਮੈਂ ਹੋਏ ਮਗਨਾਈ, ਇਹ ਮੋਹ ਦੇ ਸਮੁੰਦਰ ਵਿੱਚ ਮਗਨ ਹੋ ਰਹੇ ਹਨ। ਹੀਨੇ ਆਲੰਬ ਤਰੇ ਤੈਂ ਕਿਉਂ ਕਰ, ਉਹ ਤੁਹਾਡੇ ਆਸਰੇ ਬਿਨਾ ਕਿਵੇਂ ਹੌਸਲਾ ਰੱਖਣ, ਕਿਵੇਂ ਧੀਰਜ ਰੱਖਣ। ਜਾਨਤ ਹੋ ਸਭ ਪੀਰ ਪਰਾਈ, ਇਹ ਕਿਵੇਂ ਇਸ ਮੋਹ ਦੇ ਸਾਗਰ ਤੋਂ ਪਾਰ ਉਤਰਨ ਮਹਾਰਾਜ। ਤੁਸੀਂ ਸਭ ਦੇ ਦਿਲਾਂ ਦੀ ਪਰਾਈ ਪੀੜਾ ਨੂੰ ਜਾਣਨ ਵਾਲੇ ਹੋ, ਆਪਣੇ ਮਾਤਾ ਪਿਤਾ ਦੇ ਹਿਰਦੇ ਦੀ ਪੀੜਾ ਨੂੰ ਵੀ ਜਾਣੋ। ਕਹਤੇ ਨ ਗਿਆਨ ਕੇ ਪੋਤ ਚੜਾਵੋ, ਜਾਂ ਤਾਂ ਮਹਾਰਾਜ ਜੀ ਆਪਣੇ ਮਾਤਾ ਪਿਤਾ ਨੂੰ ਵੀ ਗਿਆਨ ਦੇ ਜਹਾਜ਼ ਤੇ ਚੜਾ ਦਿਓ, ਇਹ ਮੋਹ ਦੇ ਸਮੁੰਦਰ ਵਿੱਚੋਂ ਨਿਕਲ ਜਾਣ, ਇਹਨਾਂ ਅੰਦਰੋਂ ਮੋਹ ਦੀ ਮਮਤਾ ਦੀ ਬਿਰਤੀ ਮੁੱਕ ਜਾਏ, ਇਹਨਾਂ ਨੂੰ ਵੀ ਗਿਆਨ ਦੇ ਸਾਗਰ ਤੋਂ, ਗਿਆਨ ਦੇ ਜਹਾਜ਼ ਤੇ ਚੜਾ ਲਵੋ। ਮੋਹ ਕਲੋਲ ਤੇ ਪਾਰ ਲੰਘਾਈ, ਤੇ ਮੋਹ ਰੂਪੀ ਤਰੰਗਾਂ ਤੋਂ ਇਹਨਾਂ ਨੂੰ ਵੀ ਪਾਰ ਕਰ ਲਵੋ। ਨਾ ਤੋਰ ਹੋ ਕਰ ਤੀਰ ਮਿਲੋ ਤੁਮ, ਜੇ ਇਹਨਾਂ ਨੂੰ ਗਿਆਨ ਦੇ ਜਹਾਜ਼ ਤੇ ਚੜਾ ਕੇ ਮੋਹ ਦੀਆਂ ਤਰੰਗਾਂ ਤੋਂ ਨਹੀਂ ਤਾਰਨਾ ਤਾਂ ਹੇ ਸੁਆਮੀ ਇਹਨਾਂ ਦੇ ਕੋਲ ਰਹਿ ਕੇ ਇਹਨਾਂ ਨੂੰ ਮਿਲੋ, ਇਹਨਾਂ ਦੇ ਕੋਲ ਰਹਿ ਕੇ ਇਹਨਾਂ ਨੂੰ ਦਰਸ਼ਨ ਦਿਓ। ਤੀਰ ਸਰੀਰ ਤਾਰੇ ਸੁਖ ਪਾਈ, ਇਹ ਵੀ ਆਪਣੇ ਹਿਰਦੇ 'ਚ ਧੀਰਜ ਰੱਖਣ ਤੇ ਸੁਖ ਪ੍ਰਾਪਤ ਕਰਨ। ਰਾਏ ਜੀ ਕਾਰਜ ਜਾਨ ਕੋ ਜਾਨੋ, ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਰਾਏ ਜੀ ਸਾਡਾ ਕਾਰਜ ਹੈ ਜਾਣ ਦਾ, ਸਾਡੇ ਜਾਣ ਪਿੱਛੇ ਕਈ ਕਾਰਜ ਹਨ। ਗਿਆਨ ਬਖਾਨ ਤੇ ਆਨਨ ਜੋਈ, ਮਹਾਰਾਜ ਜੀ ਕਹਿੰਦੇ ਜਿਹੜਾ ਗਿਆਨ ਕਹਿੰਦੇ ਹੋ ਤੁਸੀਂ ਦਿਓ, ਪਾਏ ਸਮਾ ਹੋਏ ਜਾਵੇਂ ਪ੍ਰਾਪਤ, ਜੋ ਕਹਿੰਦੇ ਹੋ ਇਹਨਾਂ ਨੂੰ ਗਿਆਨ ਹੋ ਜੇ, ਸਮਾਂ ਪਾ ਕੇ ਉਹ ਵੀ ਹੋ ਜਾਣਾ ਇਹਨਾਂ ਨੂੰ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਕਿ ਸਾਰੀ ਦੁਨੀਆ ਨੂੰ ਅਸੀਂ ਗਿਆਨ ਦੇ ਰਹੇ ਹਾਂ ਤੇ ਸਾਡੇ ਮਾਤਾ ਪਿਤਾ ਨੂੰ ਗਿਆਨ ਨਹੀਂ ਹੋਵੇਗਾ, ਪਰ ਉਹਦਾ ਵੀ ਸਮਾਂ ਹੈ, ਸਮਾਂ ਪਾ ਕੇ ਇਹਨਾਂ ਨੂੰ ਵੀ ਗਿਆਨ ਪ੍ਰਾਪਤ ਹੋ ਜਾਵੇਗਾ। ਪਾਰ ਪਰੇ ਪਾਵ ਬੰਧਨ ਕੋਈ, ਇਹ ਵੀ ਪਾਰ ਉਤਰਨਗੇ ਸੰਸਾਰ ਤੋਂ, ਇਹਨਾਂ ਦੇ ਵੀ ਭਾਵ ਬੰਧਨ ਕੱਟੇ ਜਾਣਗੇ। ਨੋਕਾ ਸੋ ਮੇਲ ਬਨਿਓ ਜਗ ਮਾਏ, ਰਾਏ ਜੀ ਇਹ ਸੰਸਾਰ ਜਿਵੇਂ ਕਿਸੇ ਕਿਸ਼ਤੀ ਤੇ ਬਹਿ ਕੇ ਦਰਿਆ ਪਾਰ ਕਰਨ ਵੇਲੇ ਲੋਕ ਬਹਿ ਜਾਂਦੇ ਨੇ ਇਕੱਠੇ ਹੋ ਕੇ, ਏਦਾਂ ਇਹ ਸੰਸਾਰ ਦੇ ਵਿੱਚ ਮੇਲ ਮਿਲਿਆ ਹੋਇਆ ਹੈ। ਸੰਜੋਗ ਵਿੰਜੋਗ ਸਮੇਂ ਸਿਰ ਹੋਈ, ਸਮੇਂ ਸਿਰ ਦੋਨਾਂ ਦੇ ਨਾਲ ਸੰਜੋਗ ਤੇ ਵਿਜੋਗ ਬਣਿਆ ਰਹਿੰਦਾ ਹੈ, ਇਹੀ ਇਹ ਸੰਸਾਰ ਦੀ ਖੇਡ ਹੈ। ਗਿਆਨੀ ਸਮਾਨ ਰਹੇ ਜੁਗ ਤੇ ਜਗ, ਜਿਹੜਾ ਗਿਆਨੀ ਹੁੰਦਾ ਨਾ ਉਹ ਸੰਜੋਗ ਤੇ ਵਿਜੋਗ ਦੋਨੇ ਸਮੇਂ ਇੱਕ ਸਮਾਨ ਰਹਿੰਦਾ। ਸੰਜੋਗ ਔਰ ਵਿਜੋਗ ਦੋਨਾਂ ਵੇਲੇ ਇੱਕੋ ਸਮਾਨ ਬਿਰਤੀ ਰੱਖਦਾ ਜਿਹੜਾ ਗਿਆਨੀ ਹੁੰਦਾ ਹੈ। ਸ਼ੋਕ ਨਾ ਹੋਵੇ ਹਰ ਖੰਤ ਨਾ ਕੋਈ, ਵਿਜੋਗ ਸਮੇਂ ਉਹਨੂੰ ਦੁੱਖ ਨਹੀਂ ਹੁੰਦਾ ਤੇ ਸੰਜੋਗ ਸਮੇਂ ਉਹਨੂੰ ਖੁਸ਼ੀ ਨਹੀਂ ਹੁੰਦੀ। ਰਾਏ ਪਾਨੇ ਮੁਖ ਜੋ ਅਰਬਿੰਦ, ਰਾਏ ਬੁਲਾਰ ਜੀ ਕਹਿੰਦੇ ਜੀ ਜੋ ਤੁਸੀਂ ਕਹਿ ਰਹੇ ਹੋ ਆਪਣੇ ਮੁਖੋਂ, ਨਿਦੇਸ਼ ਬਨੀ ਮਕਰੰਦ ਤੁਮਾਰੀ, ਮਹਾਰਾਜ ਜੀ ਤੁਹਾਡੀ ਆਗਿਆ ਮੇਰੇ ਲਈ ਮਕਰੰਦ ਰਸ ਰੂਪੀ ਆਗਿਆ ਹੈ। ਮੋ ਮਨ ਰੀਤ ਮਲਿੰਦ ਕੀ ਚਾਹਤ, ਮਹਾਰਾਜ ਮੇਰਾ ਮਨ ਉਸ ਆਗਿਆ ਰੂਪੀ ਮਕਰੰਦ ਦਾ ਭੌਰਾ ਬਣਿਆ ਹੋਇਆ ਹੈ। ਜੇ ਕਰੁਣਾ ਪ੍ਰਕਾਸ਼ ਤੁਮਾਰੀ, ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਹਿਰਦੇ 'ਚ ਪ੍ਰਕਾਸ਼ ਹੁੰਦਾ ਹੈ। ਚਾਤ੍ਰਿਕ ਚਿਤ ਸੋਆਤ ਸੀ ਚਾਹਤ ਹੈ, ਮਹਾਰਾਜ ਜੀ ਮੇਰਾ ਚਿੱਤ ਚਾਤ੍ਰਿਕ ਹੈ ਔਰ ਤੁਹਾਡੇ ਹੁਕਮ ਦੀ ਪਾਲਣਾ ਕਰਨ ਦੀ ਚਾਹਨਾ ਮੇਰੇ ਲਈ ਸਵਾਂਤੀ ਬੂੰਦ ਹੈ। ਰਸਨਾ ਕੰਨ ਸੀ ਬਚ ਬਾਰੀ, ਮਹਾਰਾਜ ਤੁਹਾਡੀ ਰਸਨਾ ਤੋਂ ਨਿਕਲੇ ਹੋਏ ਬੋਲ ਮੇਰੇ ਲਈ ਸਵਾਂਤੀ ਬੂੰਦ ਨੇ ਤੇ ਮੇਰਾ ਹਿਰਦਾ ਉਹ ਬਬੀਹਾ ਬਣ ਕੇ ਤੁਹਾਡੀ ਰਸਨਾ ਤੋਂ ਬੋਲੇ ਹੋਏ ਬੋਲਾਂ ਨੂੰ, ਸਵਾਂਤੀ ਬੂੰਦ ਦੇ ਬੋਲਾਂ ਨੂੰ ਚੱਖਣੇ ਵਾਲਾ ਹੈ। ਆਪ ਕਰੋ ਫਰਮਾਇਸ਼ ਕੋ ਇੱਕ, ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਫਰਮਾਇਸ਼ ਕਰੋ, ਕੋਈ ਸੇਵਾ ਲਾਵੋ। ਰਾਏ ਬੁਲਾਰ ਜੀ, ਰਾਏ ਬੁਲਾਰ ਦੀ ਬੜੀ ਤਾਂਘ ਸੀ ਵੀ ਸਤਿਗੁਰੂ ਜੀ ਮੈਨੂੰ ਕੋਈ ਸੇਵਾ ਲਾਵਣ, ਹੁਕਮ ਕਰਕੇ ਮੈਨੂੰ ਕੋਈ ਸੇਵਾ ਲਾਵਣ। ਕਹਿਣ ਲੱਗਾ ਮਹਾਰਾਜ
ਮੇਰੇ ਪ੍ਰਤੀ ਕੋਈ ਫਰਮਾਇਸ਼ ਪ੍ਰਗਟ ਕਰੋ, ਮੈਂ ਤੁਹਾਡੀ ਕੀ ਸੇਵਾ ਕਰਾਂ। सेव करो सफली सो हमारी। ਮਹਾਰਾਜ ਮੈਂ ਜਿਹੜੀ ਸੇਵਾ ਕਰਾਂ ਤੇ ਮੇਰੀ ਸੇਵਾ ਕੀਤੀ ਸਫਲੀ ਹੋ ਜਾਵੇ। मोते ना सेव पाई तुमरी कछ। ਇਹ ਗਰੀਬ ਨਵਾਜ ਮੈਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕਿਆ, ਮੇਰੇ ਕੋਲੋਂ ਤੁਹਾਡੀ ਕੋਈ ਸੇਵਾ ਨਹੀਂ ਹੋ ਸਕੀ। या तेरी दाथिर ताने पावे। ਇਸ ਕਰਕੇ ਮੇਰੇ ਹਿਰਦੇ ਨੂੰ ਧੀਰਜ ਨਹੀਂ ਜੇ ਮਿਲਦਾ ਕਿ ਮੈਂ ਕੋਈ ਸੇਵਾ ਨਹੀਂ ਕਰ ਸਕਿਆ। ਮਹਾਰਾਜ ਕੁਝ ਤਾਂ ਫਰਮਾਓ ਵੀ ਆਖੋ ਰਾਏ ਬੁਲਾਰਾ ਕੰਮ ਕਰ ਦੇ, ਕੁਝ ਤਾਂ ਕਹੋ ਮਹਾਰਾਜ, ਕੁਝ ਤਾਂ ਆਖੋ ਗਰੀਬ ਨਵਾਜ ਕਿ ਮੈਂ ਉਹ ਕਰਾਂ ਤੇ ਮੇਰੀ ਜ਼ਿੰਦਗੀ ਮੈਂ ਇਹ ਸਮਝਾਂ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਤੇ ਮੈਂ ਇਹ ਸੇਵਾ ਕੀਤੀ ਤੇ ਜੀਵਨ ਸਫਲ ਹੋ ਗਿਆ। ਕੁਝ ਤਾਂ ਫਰਮਾਓ ਮਹਾਰਾਜ, ਕੁਝ ਤਾਂ ਫਰਮਾਇਸ਼ ਕਰੋ। इहा रहो तब हेरत हो पग। ਮਹਾਰਾਜ ਇੱਥੇ ਰਹਿੰਦੇ ਹੋ ਤੁਸੀਂ ਤੇ ਮੈਂ ਤੁਹਾਡੇ ਚਰਨਾਂ ਦੇ ਦਰਸ਼ਨ ਕਰਦਾ। श्रोन सोनो बच हिए हुल सावे। ਤੁਹਾਡੇ ਬਚਨ ਸੁਣ ਕੇ ਮੇਰਾ ਹਿਰਦਾ ਖੇੜੇ ਵਿੱਚ ਆਉਂਦਾ ਹੈ। हे जग नायक हे गत दायक। ਜਗਤ ਦੇ ਨਾਇਕ, हे ਮੁਕਤੀ ਦੇ ਦਾਤੇ ਸਤਿਗੁਰੂ। हो सब लायक प्रोख रहावे। ਮਹਾਰਾਜ ਜੀ ਕਿਰਪਾ ਕਰੋ, ਮੇਰੇ ਸਨਮੁਖ ਰਹੋ, ਮੈਂ ਇਸ ਤਰ੍ਹਾਂ ਤੁਹਾਡੀ ਚਰਨਾਂ ਦੀ ਸ਼ਰਨ 'ਚ ਰਹਿਣ ਦੇ ਲਾਇਕ ਹੋ ਜਾਵਾਂ। पूर्ण रूप परात्म पावन। ਮਹਾਰਾਜ ਜੀ ਆਪ ਜੀ ਪੂਰਨ ਰੂਪ ਪਾਰ ਬ੍ਰਹਮ ਪਰਮੇਸ਼ਰ ਦਾ ਪਵਿੱਤਰ ਸਰੂਪ ਹੋ। श्री परमेश्वर मोदर सावे। ਮਹਾਰਾਜ ਜੀ ਮੈਨੂੰ ਤੁਸੀਂ ਪਰਮੇਸ਼ਰ ਰੂਪ ਹੀ ਨਜ਼ਰ ਆਉਂਦੇ ਹੋ, ਪਾਰ ਬ੍ਰਹਮ ਪਰਮੇਸ਼ਵਰ ਰੂਪ ਹੀ ਦਿਸਦੇ ਹੋ। श्री गोरे आनन बैन पने। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, जिव छाए शरीर त्यों संग हमारे। ਮਹਾਰਾਜ ਜੀ ਕਹਿਣ ਲੱਗੇ ਰਾਏ ਬੁਲਾਰ ਜੀ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਰਹੋਗੇ ਜਿਵੇਂ ਸਾਡੇ ਸਰੀਰ ਦੀ ਛਾਂ ਸਾਡੇ ਨਾਲ ਰਹਿੰਦੀ ਹੈ, ਇਉਂ ਹਮੇਸ਼ਾ ਸਾਡੇ ਨਾਲ ਰਹੋਗੇ। नीत रहो थिर चीत करो। ਤੁਸੀਂ ਨਿਤ ਸਾਡੇ ਕੋਲ ਰਹੋਗੇ, ਦੋਹਾਂ ਜਹਾਨਾਂ 'ਚ ਸਾਡੇ ਕੋਲ ਰਹੋਗੇ ਔਰ ਆਪਣੇ ਹਿਰਦੇ ਵਿੱਚ ਆਪਣੇ ਹਿਰਦੇ ਨੂੰ ਥਿਤ ਰੱਖੋ, ਇਕਾਗਰ ਰੱਖੋ। और प्रीत पराशर दासो तुम्हारे। ਤੁਹਾਡੇ ਹਿਰਦੇ ਦੀ ਪ੍ਰੀਤ ਤੇ ਸ਼ਰਧਾ ਪਰਿਪੂਰਨ ਹੈ। एक पैपुर मायश आयस। ਰਹੀ ਗੱਲ ਤੁਸੀਂ ਕਹਿੰਦੇ ਹੋ ਵੀ ਅਸੀਂ ਕੋਈ ਫਰਮਾਇਸ਼ ਕਰੀਏ ਤੁਹਾਡੇ ਕੋਲ, ਤਾਂ ਮਹਾਰਾਜ ਜੀ ਕਹਿੰਦੇ ਸਾਡੀ ਫਰਮਾਇਸ਼ ਕੇਵਲ ਇੱਕ ਅਕਾਲ ਪੁਰਖ ਤੇ ਹੈ। ਅਸੀਂ ਬੰਦਿਆਂ ਤੇ ਫਰਮਾਇਸ਼ ਨਹੀਂ ਕਰਦੇ ਰਾਏ ਜੀ, ਸਾਡੀ ਫਰਮਾਇਸ਼ ਇੱਕ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਤੇ ਹੈ। जा सम कोई न आने उदारे। ਜਿਸ ਦੇ ਸਮਾਨ ਕੋਈ ਜਗਤ 'ਚ ਦੂਸਰਾ ਉਦਾਰ ਨਹੀਂ ਹੈ, ਜਿਸ ਵਰਗਾ ਉਦਾਰ ਦਾਤਾ ਦਾਨਸ਼ ਹੋਰ ਕੋਈ ਨਹੀਂ। हाथ न में ठा रहनो। ਤੇ ਰਹੀ ਗੱਲ ਸਾਡੇ ਇੱਥੇ ਰਹਿਣ ਦੀ, ਇਹ ਸਾਡੇ ਹੱਥ 'ਚ ਨਹੀਂ ਹੈ, ਸਾਡੇ ਹੱਥ 'ਚ ਨਹੀਂ ਇੱਥੇ ਰਹਿਣਾ। करतार अधीन लखों वेद सारे। ਸਾਡੀ ਡੋਰੀ ਕਰਤਾਰ ਦੇ ਹੱਥ ਹੈ, ਸਭ ਕਰਤਾਰ ਦੇ ਵੱਸ ਹੈ, ਜਿੱਧਰ ਖਿੱਚਦਾ ਤਿੱਧਰ ਜਾਵਾਂਗੇ। राय बोलार आनंद में होकर। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਆਨੰਦ ਵਿੱਚ ਹੋ ਗਏ। बंधन की न पदंग आर बिंदु। ਸਤਿਗੁਰਾਂ ਦੇ ਸੋਹਣੇ ਚਰਨਾਂ ਕਮਲਾਂ ਤੇ ਬੰਦਨਾ ਕੀਤੀ। छूट गए पाव बंधन जास के। ਇਸ ਦੇ ਸਾਰੇ ਜਨਮ ਮਰਨ ਦੇ ਬੰਧਨ ਟੁੱਟ ਗਏ ਨੇ, ਕੱਟੇ ਗਏ ਨੇ। मत पयो मकरंद मलिंदु। ਇਸ ਦੀ ਮੱਤ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੇ ਮਕਰੰਦ ਦੀ ਭੌਰਾ ਬਣ ਗਈ ਹੈ, ਯਾਨੀ ਕਿ ਭੌਰਾ ਬਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਿਸ ਦੀ ਮੱਤ ਵਸ ਗਈ ਹੈ। ले रस तूषण होए रहो। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਆਇਆ ਰਸ
ਮਾਣਦਿਆਂ ਰਾਏ ਬੁਲਾਰ ਜੀ ਚੁੱਪ ਹੋ ਗਏ। ਨਿਜ ਰੂਪ ਜੋ ਆਦਰੀ ਦੇ ਸੁਧ ਬਿੰਦੂ। ਆਪਣੇ ਨਿਜ ਆਤਮ ਸਵਰੂਪ ਦੀ ਸੋਝੀ ਜਾਣਦਿਆਂ ਉੱਥੇ ਜਾ ਟਿਕੇ ਰਾਏ ਬੁਲਾਰ ਜੀ। ਪ੍ਰਾਪਤ ਪੂਰਨ ਤਾਂ ਸੁਖ ਕੋ। ਔਰ ਪੂਰਨ ਸੁਖ ਜਿਹੜਾ ਆਤਮਾ ਦੇ ਸਾਖਸ਼ਾਤਕਾਰ ਦਾ ਹੁੰਦਾ ਹੈ, ਉਹ ਸੁਖ ਰਾਏ ਬੁਲਾਰ ਜੀ ਨੇ ਆਪਣੇ ਅੰਦਰੋਂ ਮਾਣਿਆ ਹੈ। ਕਮਲਾਨਨ ਏਰ ਗੁਰੂ ਜੋ ਗੋਬਿੰਦੂ। ਔਰ ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ, ਗੋਬਿੰਦ ਦਾ ਰੂਪ ਹੋ ਕੇ, ਅਕਾਲ ਪੁਰਖ ਦਾ ਰੂਪ ਹੋ ਕੇ ਪ੍ਰਗਟ ਹਨ। ਕਰੁਣਾ ਬੋਹ ਕੀਨ ਨਿਹਾਲ ਕਰਿਓ। ਸਤਿਗੁਰੂ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਰਾਏ ਬੁਲਾਰ ਜੀ ਨੂੰ ਨਿਹਾਲ 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 ਕਰ ਦਿੱਤਾ। ਜੈ ਕੇ ਸਮ ਈਟ ਨਾ ਹੋਏ ਹੈ ਬਿਬ ਕੋਈ। ਜਿਸ ਦੇ ਸਮਾਨ ਕੋਈ ਦੂਸਰਾ ਨਹੀਂ ਰਿਹਾ, ਐਸਾ ਨਿਹਾਲ ਕੀਤਾ ਹੈ। ਜਿਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਮਹਾਵਾਕ ਹੈ, ਭਾਈ ਗਲਤਾ ਨਿਹਾਲ 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 ਨਿਹਾਲ। ਰਾਏ ਬੁਲਾਰ ਜੀ ਇਉਂ ਨਿਹਾਲ ਹੋ ਗਏ। ਇਹੋ ਜਿਹੇ ਪਿਆਰੇ ਨੇ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਜੈਸਾ ਪਿਆਰਾ ਹੋਰ ਕੋਈ ਦੂਜਾ ਨਹੀਂ ਦਿਸਦਾ। ਪੁਨ ਹੋਏ ਬਿਦਾਤੇ ਤੇ ਉਠ। ਰਾਏ ਬੁਲਾਰ ਜੀ ਕੋਲੋਂ ਸਤਿਗੁਰੂ ਜੀ ਉੱਠ ਕੇ ਵਿਦਾ ਹੋਏ। ਸ੍ਰੀ ਗੋਰੇ ਆਏ ਗਏ ਕਰ ਜਾਮਨਿਓ। ਰਾਤ ਪੈ ਚੁੱਕੀ ਸੀ ਤੇ ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ 'ਚ ਆਪਣੇ ਘਰ ਆਏ ਹਨ। ਵਿਚਰਿਓ ਨਹਿ ਚਾਈ ਕਛ ਹਾਥ ਨਹੀਂ ਨਿਜ। ਵਿਛੜਨਾ ਨਹੀਂ ਚਾਹੁੰਦੇ ਰਾਏ ਬੁਲਾਰ ਜੀ ਨਾਲੋਂ, ਪਰ ਵਸ ਨਹੀਂ। ਮਹਾਰਾਜ ਜੀ ਨੇ ਹੋਰ ਅਨੇਕਾਂ ਰਾਏ ਜੀ ਵਰਗੇ ਸੇਵਕ ਨੇ ਜਿਨ੍ਹਾਂ ਨੂੰ ਕਿਰਤਾਰਥ ਕਰਨਾ। ਜਾਂ ਬਿਦ ਸੋਟਿਗ ਰੂਪੇ ਆਲੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਸ ਪ੍ਰਕਾਰ ਦਾ ਰੂਪ ਕੋਲੋਂ ਦੇਖਦੇ ਰਹੇ, ਉਹ ਰੂਪ ਹੁਣ ਦੂਰ ਜਾਇਆ ਵਿਛੜਨਾ ਹੈ, ਉਹਦੇ ਲਈ ਮਨ 'ਚ ਤੜਫ ਵੀ ਹੈ। ਤਰ ਧਿਆਨ ਲਿਓ ਔਰ ਤਾਂ ਛਿਨ ਮੈਂ। ਰਾਏ ਬੁਲਾਰ ਜੀ ਨੇ ਮਹਾਰਾਜ ਜੀ ਦਾ ਜਿਹੜਾ ਸਰੂਪ ਜਾ ਰਹੇ ਨੇ ਨਾ, ਸਤਿਗੁਰੂ ਜੀ ਅਖੀਰਲੀ ਵਾਰ ਮਿਲ ਕੇ, ਜਿਹੋ ਜਿਹਾ ਸਰੂਪ ਹੈ, ਜਿਹੋ ਜਿਹੇ ਬਸਤਰ ਪਹਿਨੇ ਹੈ, ਉਹ ਸਰੂਪ ਰਾਏ ਬੁਲਾਰ ਜੀ ਨੇ ਨੇਤਰਾਂ ਨਾਲ ਦਰਸ਼ਨ ਕਰਕੇ ਆਪਣੇ ਹਿਰਦੇ 'ਚ ਵਸਾ ਲਿਆ। ਸਰੀਰ ਕਰਕੇ ਮੇਰੇ ਸਾਹਿਬ ਕੋਲੋਂ ਜਾ ਰਹੇ ਨੇ, ਪਰ ਮੇਰੇ ਸਾਹਿਬ ਦੀ ਸੋਹਣੀ ਮੂਰਤ ਨੂੰ ਰਾਏ ਜੀ ਨੇ ਸदैवी ਕਾਲ ਲਈ ਆਪਣੇ ਹਿਰਦੇ 'ਚ ਟਿਕਾ ਲਿਆ, ਜਿੱਥੋਂ ਉਹ ਮੂਰਤ ਕਦੇ ਵੀ ਦੂਰ ਨਹੀਂ ਜਾ ਸਕਦੀ। ਸਰੀਰ ਬਿਨਸ ਜਾਏਗਾ, ਉਸੇ ਮੂਰਤ ਵਿੱਚ ਮਿਲ ਕੇ ਇੱਕਮਿਕ ਹੋ ਜਾਣਗੇ, ਅਭੇਦ ਹੋ ਜਾਣਗੇ। ਆਪਣੇ ਅਖੀਰਲੇ ਸਾਹ ਤੱਕ ਗੁਰੂ ਸਾਹਿਬ ਦੀ ਉਸ ਮੂਰਤ ਦਾ ਧਿਆਨ ਰਾਏ ਜੀ ਨੇ ਆਪਣੇ ਹਿਰਦੇ 'ਚ ਪੱਕੇ ਤੌਰ ਤੇ ਵਸਾ ਲਿਆ। ਸੁਟ ਤਰੋਵ ਕੀਓ ਨਿਸ ਬਾਸੁਰ ਸੋਈ। ਜਿਵੇਂ ਧਰੂ ਤਾਰਾ ਹੁੰਦਾ ਨਾ ਪੱਕਾ, ਏਦਾਂ ਪੱਕਾ ਬਣਾ ਲਿਆ ਧਿਆਨ ਸਤਿਗੁਰਾਂ ਦਾ। ਰਾਤ ਦਿਨ ਉਹ ਧਿਆਨ ਹਿਰਦੇ ਵਿੱਚ ਰਾਏ ਬੁਲਾਰ ਜੀ ਦੇ ਬਣਿਆ ਰਹਿੰਦਾ ਹੈ। ਦੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬਹੁ ਭਾਂਤ। ਪਿਤਾ ਮਹਿਤਾ ਕਾਲੂ ਜੀ ਨੇ, ਚਾਚਾ ਲਾਲੂ ਜੀ ਨੇ, ਰਾਏ ਬੁਲਾਰ ਜੀ ਨੇ ਅਨੇਕ ਵੇਰੀ ਸਤਿਗੁਰੂ ਜੀ ਨੂੰ ਕਹਿ ਕੇ ਸਮਝਾਇਆ। ਸ਼੍ਰੀ ਨਾਨਕ ਪੂਰਨ ਪੁਰਖ ਪਰਮੇਸ਼ਵਰ ਬਖਿਆਤ। ਰਾਏ ਬੁਲਾਰ ਨੇ ਸਮਝਾਇਆ ਚਾਚੇ ਲਾਲੂ ਤੇ ਪਿਤਾ ਮਹਿਤਾ ਕਾਲੂ ਜੀ ਨੂੰ। ਆਖਿਆ ਪਟਵਾਰੀ ਜੀ, ਤੁਹਾਡੀ ਅਵਸਥਾ ਠੀਕ ਹੈ, ਤੁਸੀਂ ਪਿਤਾ ਰੂਪ ਹੋ ਕੇ ਵੇਖ ਰਹੇ ਹੋ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਵਰ ਹਨ, ਉਹ ਅਕਾਲ ਪੁਰਖ ਦਾ ਰੂਪ ਹਨ। ਇਹ ਆਪਣੇ ਹਿਰਦੇ 'ਚ ਜਾਣ ਲਓ। ਪੁੰਨ ਵਡੇ ਪੂਰਬ ਜਨਮ ਕੀਨੇ ਤੁਮਨੇ ਕੋਏ। ਤੁਹਾਡੇ ਕੋਈ ਪੂਰਬਲੇ ਜਨਮਾਂ ਦੇ ਪੁੰਨ ਕਰਮ ਨੇ, ਤੁਸੀਂ ਕੋਈ ਵੱਡੇ ਭਾਗ ਤੁਹਾਡੇ ਸਵੱਲੇ ਜਾਗੇ ਹਨ। ਜਿਸ ਫਲ ਤੇ ਅਸ ਸੁਤ ਪਇਓ ਸਹਿਜੇ ਸ਼ੁਭ ਗਤ ਹੋਏ। ਜਿਸ ਦੇ ਫਲ ਸਵਰੂਪ ਤੁਹਾਨੂੰ ਐਸੇ ਸਾਹਿਬਜ਼ਾਦੇ ਦੀ ਪੁੱਤਰ ਦੀ ਪ੍ਰਾਪਤੀ ਹੋਈ ਹੈ, ਇਹ ਤੁਹਾਡੇ ਪੁੰਨ ਕਰਮਾਂ ਦਾ ਫਲ ਹੈ। ਤਨ ਤਨ ਪੁਨ ਤਨ ਤੁਮ
ਕੁਲ ਉਧਾਰ ਸਭ ਕੀਨ। ਰਾਏ ਬੁਲਾਰ ਨੇ ਹੁਣ ਪਿਤਾ ਜੀ ਦੇ ਸਨਮੁਖ ਵੀ ਹੱਥ ਜੋੜੇ ਤੇ ਹੱਥ ਜੋੜ ਕੇ ਕਹਿੰਦੇ ਤੁਸੀਂ ਧੰਨ ਹੋ ਕਾਲੂ ਜੀ, ਤੁਸੀਂ ਧੰਨ ਹੋ, ਧੰਨ ਹੋ, ਤੁਹਾਡੀ ਕੁਲ ਧੰਨ ਹੈ ਜਿਸ ਕੁਲ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਤੁਸੀਂ ਧੰਨ ਹੋ ਕਿ ਤੁਸੀਂ ਆਪਣੀ ਸਾਰੀ ਕੁਲ ਦਾ ਉਧਾਰ ਕਰ ਲਿਆ ਹੈ। ਰਿਦੇ ਨ ਭਰਮੋ ਤਨਕ ਪਰ, ਪੇ ਜਗ ਬੰਧਨਹੀਨ। ਹਿਰਦੇ ਚ ਤਨਕ ਮਾਤਰ ਵੀ ਭਰਮ ਨਾ ਕਰੋ, ਭਰਮ ਨਾ ਕਰੋ। ਹੁਣ ਤੁਸੀਂ ਹਿਰਦੇ ਦਾ ਭਰਮ ਛੱਡੋ ਤੇ ਜਗਤ ਦੇ ਬੰਧਨਾਂ ਤੋਂ ਹੀਣ ਹੋਵੋ ਤੇ ਜਾਣੋ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਵਰ ਨੇ। ਮੇਰੇ ਸਾਹਿਬ ਜਿਵੇਂ ਨਨਕਾਣਾ ਸਾਹਿਬ ਤੋਂ ਜਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਬੇਨਤੀ ਹੈ ਕਿ ਕੱਲ 22 ਤਰੀਕ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਮਿੱਠੀ ਯਾਦ ਵਿੱਚ ਪਿੰਡ ਟੌੜਾ ਵਿਖੇ ਗੁਰਮਤਿ ਸਮਾਗਮ ਹੋ ਰਹੇ ਨੇ 9:30 ਤੋਂ 12 ਵਜੇ ਤੱਕ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਿੱਥੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ, ਉੱਥੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਜੋ ਲੰਮਾ ਸਮਾਂ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਕਥਾ ਕਰਦੇ ਰਹੇ ਮਹਾਨ ਵਿਦਵਾਨ ਪੁਰਸ਼ ਨੇ, ਉਹ ਕਥਾ ਦੁਆਰਾ ਆਪ ਜੀ ਨੂੰ ਨਿਹਾਲ ਕਰਨਗੇ। ਜਿਨ੍ਹਾਂ ਸੰਗਤਾਂ ਨੇ ਜਾਣਾ ਹੋਵੇ, ਕੱਲ ਸਵੇਰੇ ਪਾਰਕਿੰਗ ਚੋਂ 8:30 ਵਜੇ ਬੱਸ ਚੱਲੇਗੀ, ਉਹ ਲਿਜਾਏਗੀ ਵੀ। ਗੁਰਮਤਿ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸੰਗਤ ਨੂੰ ਵਾਪਸ ਵੀ ਲੈ ਕੇ ਆਵੇਗੀ। ਉਸ ਸਮੇਂ ਤੋਂ ਫਾਇਦਾ ਲਵੋ। ਦੂਸਰੀ ਬੇਨਤੀ ਹੈ ਕਿ ਪੰਥ ਦੇ ਮਹਾਨ ਮਾਰਤੰਡ ਵਿਦਵਾਨ ਸਿੰਘ ਸਾਹਿਬ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ, ਇਹ ਉਹ ਮਹਾਂਪੁਰਸ਼ ਨੇ ਜਿਨ੍ਹਾਂ ਨੇ 20 ਸਾਲ ਦੀ ਲੰਮੀ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਲਿਖਿਆ। ਔਰ ਇਹੋ ਜਿਹੇ ਮਹਾਨ ਵਿਦਵਾਨ ਜਿਨ੍ਹਾਂ ਦੇ ਸਰੀਰ ਦਾ ਅੰਤਮ ਸੰਸਕਾਰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਕੰਪਲੈਕਸ ਵਿੱਚ ਹੋਇਆ ਪਟਿਆਲੇ। ਇਹਨਾਂ ਦੇ ਨਾਂ ਤੇ ਬਾਹਰ ਅਕਾਲੀ ਕੌਰ ਸਿੰਘ ਦੀ ਲਾਇਬ੍ਰੇਰੀ ਸਥਾਪਿਤ, ਆਪ ਜੀ ਉੱਥੇ ਦਰਸ਼ਨ ਕਰਦੇ ਹੋ। ਪਰਸੋਂ ਉਹਨਾਂ ਦੀ ਯਾਦ ਵਿੱਚ, ਕਿਉਂਕਿ ਪਰਸੋਂ ਦੇ ਦਿਨ 23 ਤਰੀਕ ਨੂੰ ਉਹਨਾਂ ਨੇ 23 ਜਨਵਰੀ ਨੂੰ ਆਪਣਾ ਸਰੀਰ ਤਿਆਗਿਆ ਸੀ, ਉਹ ਉਹਨਾਂ ਦੀ ਮਿੱਠੀ ਯਾਦ ਵਿੱਚ ਗੁਰਮਤਿ ਸਮਾਗਮ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਜੀ ਦੀ ਯਾਦ ਵਿੱਚ ਸਵੇਰੇ 9:30 ਤੋਂ 11 ਵਜੇ ਤੱਕ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸਮਾਗਮ ਕੀਤੇ ਜਾ ਰਹੇ ਨੇ। ਸਮੂਹ ਸੰਗਤਾਂ ਨੂੰ ਬੇਨਤੀ, ਆਪ ਦੀ ਹਾਜ਼ਰੀਆਂ ਭਰੋ। ਫਿਰ ਕਸ਼ਮੀਰੀਆਂ ਦਾ ਗੁਰਦੁਆਰਾ ਸਾਹਿਬ ਹੈ ਤ੍ਰਿਪੜੀ, ਉਸ ਇਲਾਕੇ ਵਿੱਚ ਅਕਾਲੀ ਕੌਰ ਸਿੰਘ ਜੀ ਦੇ ਵਸਾਏ ਹੋਏ ਬਹੁਤ ਪਰਿਵਾਰ ਨੇ। ਉਹਨਾਂ ਦੇ ਪਰਿਵਾਰਾਂ ਚੋਂ, ਕਿਉਂਕਿ ਅਕਾਲੀ ਕੌਰ ਸਿੰਘ ਜੀ ਪੰਡਿਤ ਕਿਰਪਾ ਰਾਮ ਜੀ ਜਿਹੜੇ 9ਵੇਂ ਪਾਤਸ਼ਾਹ ਦੀ ਸ਼ਰਨ ਆਏ ਸਨ, ਮਹਾਰਾਜ ਜੀ ਨੂੰ ਬੇਨਤੀ ਕਰਨ ਲਈ, ਕਸ਼ਮੀਰੀ ਪੰਡਿਤ, ਉਹਨਾਂ ਦੇ ਪਰਿਵਾਰ ਚੋਂ ਸਨ ਅਕਾਲੀ ਕੌਰ ਸਿੰਘ ਜੀ। ਉਹ ਕਸ਼ਮੀਰੀ ਪੰਡਿਤ ਜਿਹੜੇ ਬਾਅਦ ਚ ਸਿੱਖ ਧਰਮ ਦੇ ਵਿੱਚ ਆਏ, ਗੁਰੂ ਕੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ, ਉਹ ਬਹੁਤ ਸਾਰੇ ਪਰਿਵਾਰ ਆਪਣੇ ਪਟਿਆਲੇ 'ਚ ਰਹਿੰਦੇ ਹੈ। ਉਹ ਜੇ ਬੇਨਤੀ ਸਰਵਣ ਕਰ ਰਹੇ ਹੁਣ ਤਾਂ ਉਹ ਵੀ ਪਰਸੋਂ ਹਾਜ਼ਰੀਆਂ ਭਰੋ ਔਰ ਗੁਰੂ ਦਾ ਸਰਵਣ ਕਰੋ। ਕੱਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਸਵੇਰੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਇੱਕ ਨਗਰ ਕੀਰਤਨ ਪ੍ਰਾਰੰਭ ਹੋਵੇਗਾ, ਜੋ ਗੁਰਦੁਆਰਾ ਰਤਨ ਨਗਰ ਤੋਂ ਇਹ ਸਾਰੀ ਸੇਵਾ ਹੋਣੀ ਹੈ ਨਗਰ ਕੀਰਤਨ ਦੀ, ਔਰ ਉੱਥੇ ਹੀ ਸ਼ਾਮ ਨੂੰ ਸਮਾਪਤੀ ਹੋਵੇਗੀ। ਆਪ ਜੀ ਨਗਰ ਕੀਰਤਨਾਂ 'ਚ ਸ਼ਮੂਲੀਅਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਵਾਹਿਗੁਰੂ
ਅਬਨਾਸੀ ਅਗਨਾਸ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਪਰੰਪਰ ਹਰ ਹਰੇ ਹੈ ਪੀਓ ਵਣਹਾਰ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਅਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। श्री वाहे गुरु गुरु वाहे गुरु
कवन गुण कह गावा, तो साहिब गुणी निधन। तुमरी महिमा तुमरी महिमा बरन न सको, तो ठाकुर भगवान, तो ठाकुर ऊंच भगवान भगवान। निमाणिया के मान गुरु, निताणिया के ताण, न्योटिया की न्यासरिया के आसरा। धन धन गुरु ग्रंथ साहिब जी मारा, धन धन गुरु तेग बहादुर साहिब जी मारा। धनंद गुणी निधान गुरु गरीब निवाज, गरीब निवाज, गरीब पहल बसंत आगमन, पहल बसंत आगमन, पहल बसंत आगमन। बसंत आगमन, पहल बसंत आगमन। पहला मौल्यो सोए, पहला मौल्यो सोए। पहल बसंत आगमन, पहल बसंत आगमन। आगमन पहल बसंत, पहल बसंत आगमन, पहल बसंत आगमन, पहल बसंत आगमन। पहला मौलो सोए, पहला मौलो सोए। पहल बसंत आगमन, पहल बसंत आगमन। जित मौले है सब मौलिए, मौलिए। जित मौले है सब मौलिए,
तिस है न मौल्यो को, तिस है न मौल्यो, तिस है न मौल्यो, तिस है न मौल्यो को, जित मौले है सब मौलिए, जित मौले है सब मौलिए, तिस है न मौल्यो कोई, 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 पहल बसंत आगमन, पहल बसंत आगमन, पहला मौल्यो सोए, पहला मौल्यो सोए, पहल बसंत आगमन, पहल बसंत आगमन, जित मौले सब मौलिए, सब मौलिए, तिस है न मौल्यो जित मौले सब मौलिए, जित मौले सब मौलिए, जित मौले, जित मौले सब मौलिए, मौलिए मौलिए मौलिए, जित मौले सब मौलिए, जित मौले सब मौलिए, तिस न मौल्यो कोई, तिस न मौल्यो कोई, तिस न मौल्यो कोई, तिस न मौल्यो कोई, पहल बसंत आगमन, पहल बसंत आगमन, पहला मौल्यो सोए, पहला मौल्यो सोए, पहल बसंत आगमन, पहल बसंत आगमन, पहल बसंत, पहल बसंत, पहल बसंत आगमन। हर हर नाम जपते कच न कह जमकाल, नानक मन तन सुखे होए, अंत मिले गोपाल। हर का नाम ते आए क्या हो, हर
ਹੋਇਆ ਪਾਈ ਕਰਮ ਲਿਖਨ ਤੇ ਪਾਈਏ ਹੁਰ ਸੁਹਾਈ ਵੰਟ ਤ੍ਰਿਪਾ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧ ਸੁਖ ਪੁਜੈ ਲਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਾਹੁਰ ਨ ਤਾਈ ਨਾਨਕ ਸਿਮਰੈ ਏਕ ਨਾਮ ਫਿਰ ਬਾਹੁਰ ਨ ਤਾਈ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ ਕਰਮ ਲਿਖਨ ਤੇ ਪਾਈ ਐ ਰੁਤ ਸੁਹਾਗੀ ਵਣ ਤ੍ਰਿਣ ਤ੍ਰਿਭੁਵਨ ਮੌਲਿਆ ਅੰਮ੍ਰਿਤ ਫਲ ਪਾਏ ਮਿਲ ਸਾਧੂ ਸੁਖ ਪੁਜੈ ਲਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਤਾਗੀ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਤਾਗੀ काम क्रोध और लोभ मोह बिन सजाय हमें नानक प्रभ शरणागति कर प्रसाद गुरुदेव पंजे बदे महाबली कर सच्चा टोआ अपने चंद्र पायन विच आए खड़ोआ रोग शोक सब मिट गए नित नवा नरोआ दिन रैन नाम ते आएंदा फिर पाए ना मोआ जिस ते उपजिया नानका सोई फिर होआ जिस ते उपजिया नानका सोई फिर होआ पंजे बदे महाबली कर सच्चा टोवा अपने चरण जपायन विच दै खड़ोआ रूप सुख सा मिट गए ततनवा निरोआ दिन रह नाम तिहाईदा फिर पाए ना मोवा जिस ते उपजा नानका सोई फिर होआ सखिए मेरा लाल नित रवे सुहागणी देख हमारा हाल सखिए मेरा लाल सखिए मेरा लाल सखिए मेरा लाल नित रवे सुहागणी देख हमारा हाल सखिए मेरा लाल सखिए मेरा लाल आपे रसिया परस आपे रावण हार आपे रसिया परस आपे रावण हार आपे होवे चोलना आपे सेज पतार आपे होवे चोलड़ा आपे सेज पतार आपे सेज पतार आपे सेज पतार
सखिए मेरा लाल, सखिए मेरा लाल, नित रवै